गुरु जी की फतेह। विघन विनाशन सोए। इस प्रकार लिख सतगुरु मूर्ख तर्क समुदाय पीछे अमरदीप लेख जिस पंथ दूर जन आए। इस प्रकार लिख सतगुरु। वाहिगुरु जी का खालसा वाहिगुरु जी की फतेह। जाहर जहूर हाजिर हजूर सर्व कला भरपूर पतत पावन भगत वत्सल अंतरजामी दसां पातशाहियां दी जोत धन श्री गुरु ग्रंथ साहिब जी महाराज सतगुरां दी अपर अपार बख्शिश दा सदका जगत गुरु श्री गुरु नानक देव साहिब जी महाराज सतगुरां दे पावन पवित्र अस्थान गुरुद्वारा श्री बेर साहिब जी विखे गुरु चरणां की हाजरी भर रही गुरु की साजी नवाजी हुई साध संगत जी सतगुरां ने कृपा की है, तरस किया है, अपने अमृतमयी दीदार सत संगत का अमोलक सुभागा समा बख्शिया। जगत गुरु जी ने संसार की कल्याण हित जिथे संसार दे विच सत संगत कायम की महाराज साहब जी ने घर घर अंदर धर्मसाल होवै कीर्तन सदा विसवा धर्मशाला कायम की और कीर्तन की दात सतगुरु जी ने बख्शिश की, बाणी की दात बख्शिश की, बाणी की दात बख्शिश की। गुरु साहब जी दीयां दातां गुरु साहब जी दीयां बख्शिशां कहण तो गिणन तो कथन तो रह कहां। गरीब नवाज सच्चे पातशाह जी ने कल के सब दुख निवारण को भव तारण को कल भीतर आए जीरन साधन दूर करे दृढ़ साधन रामह नाम बताए। महाराज साहब जी ने पुराने सारे साधन दूर करके ते नाम जपण दा दृढ़ पक्का साधन बख्शिश किया कि भाई नाम तो उत्ते कुछ भी नहीं है। सत संगत कायम कीते ये दात सतगुरु नानक देव साहब जी ने बख्शी। बाणी की बख्शिश की, नाम की कीर्तन की कथा की। ताई सिद्धा ने आख्या कि महाराज आप जी की कमाई वड्डी है, तुसी वड्डे पुरख प्रगट होए हो। जो भाई गुरदास साहब जी दीयां वारां विचों आपां समाप्ति ते रोज पढ़ते हाँ, आरंभ ते पढ़ के फिर लड़ीवार गाथा आरंभ करांगे। जिवें सिद्धा ने जगत गुरु जी की महिमा दे विच बचन कहे, धन नानक तेरी वड्डी कमाई, धन नानक तेरी वड्डी कमाई, धन नानक तेरी वड्डी कमाई, धन नानक तेरी वड्डी कमाई। सिद्ध बोलन शुभ बचन, सिद्ध बोलन शुभ बचन, सिद्ध बोलन शुभ बचन, सिद्ध बोलन शुभ बचन। धन नानक तेरी वड्डी कमाई, धन नानक तेरी वड्डी कमाई, धन नानक तेरी वड्डी कमाई, धन नानक तेरी वड्डी कमाई।
ਵੱਡਾ ਪੁਰਖ ਪ੍ਰਗਟਿਆ, ਵੱਡਾ ਪੁਰਖ ਪ੍ਰਗਟਿਆ, ਵੱਡਾ ਪੁਰਖ ਪ੍ਰਗਟਿਆ, ਵੱਡਾ ਪੁਰਖ ਪ੍ਰਗਟਿਆ। ਕਲ ਯੁਗ ਅੰਦਰ ਜੋਤ ਜਗਾਈ, ਕਲ ਯੁਗ ਅੰਦਰ ਜੋਤ ਜਗਾਈ, ਧਨ ਨਾਨਕ ਤੇਰੀ ਵੱਡੀ ਕਮਾਈ, ਧਨ ਨਾਨਕ ਤੇਰੀ ਵੱਡੀ ਕਮਾਈ, ਧਨ ਨਾਨਕ ਤੇਰੀ ਵੱਡੀ ਕਮਾਈ, ਧਨ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਕਮਾਈ ਵੱਡੀ, ਸਿੱਧਾ ਨਹੀਂ ਹੈ। ਅਸੀਂ ਤਾਂ ਸਾਰੇ ਮਹਾਰਾਜ ਸਾਹਿਬ ਜੀ ਦੀ ਕਮਾਈ ਹੀ ਖਾ ਰਹੇ ਹਾਂ। ਸਾਧ ਸੰਗਤ, ਸਾਡੇ ਗੁਰੂ ਸਾਹਿਬ ਦੀ ਕਮਾਈ ਏਡੀ ਵੱਡੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲਿਆ ਹੀ ਪਾਪ ਕੱਟੇ ਜਾਂਦੇ। ਸ਼ਰਧਾ ਦੇ ਨਾਲ ਇੱਕ ਵਾਰੀ ਸਭ ਮਾਈ ਭਾਈ ਪ੍ਰੇਮ ਸਹਿਤ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਫਿਰ ਪਿਆਰ ਸਹਿਤ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਚਮ ਪਾਤਸ਼ਾਹ ਜੀ ਨੇ ਫਰਮਾਇਆ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨੇ ਅਸਥਾਨ ਤੇ ਲੜੀਵਾਰ ਰੂਪ ਵਿੱਚ ਸਤਿਗੁਰਾਂ ਦੇ 10ਵੇਂ ਸਰੂਪ 10ਵੇਂ ਜਾਮੇ ਜੋ ਦੋਹਾਈ ਜੁਗਤ ਸਾਏ, ਜੋ ਤਿਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਏ। ਦਸ਼ਮੇਸ਼ ਪਿਤਾ ਕਲਗੀਧਰ, ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ, ਪੁੱਤਰਾਂ ਦੇ ਦਾਨੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਚੱਲ ਰਿਹਾ। ਔਰ ਆਪਾਂ ਸਾਧ ਸੰਗਤ ਜੀ ਪਿਛਲੇ ਦੀਵਾਨ ਦੇ ਵਿੱਚ ਸਰਵਣ ਕੀਤਾ ਹੈ ਕਿ ਜਿਵੇਂ ਧਰਮੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦੀਨੇ ਨਗਰ ਦੇ ਵਿੱਚ ਸੋਹਣੀ ਹੋ ਕਰਕੇ ਬੈਠਿਆਂ ਹੋਇਆਂ ਸੰਗਤਾਂ ਨੂੰ ਉਪਦੇਸ਼ ਦਿੰਦਿਆਂ, ਦਰਸ਼ਨ ਦਿੰਦਿਆਂ, ਨਿਹਾਲ ਕਰਦਿਆਂ, ਫਿਰ ਮਹਾਰਾਜ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਜਫਰਨਾਮਾ ਲਿਖਿਆ ਦੀਨੇ, ਜੋ ਦੀਨਾ ਤੇ ਕਾਂਗੜ ਹੈ। ਕਾਂਗੜ ਨਗਰ ਦੇ ਵਿੱਚੋਂ ਹੀ ਨਿਕਲ ਕਰਕੇ ਦੀਨਾ ਵਸਿਆ। ਮਾਲਵੇ ਦੇ ਵਿੱਚ ਦੀਨੇ ਪਿੰਡ ਤੋਂ ਮਹਾਰਾਜ ਨੇ ਜਫਰਨਾਮਾ ਲਿਖਿਆ, ਜੋ ਕੁਝ ਉਹਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੂੰ ਲਾਹਨਤਾਂ ਪਾਈਆਂ। ਤੇ ਸਾਧ ਸੰਗਤ ਜੀ, ਜਿਵੇਂ ਅਗਲਾ ਪ੍ਰਸੰਗ ਆ ਰਿਹਾ ਹੈ, ਫਿਰ ਜਿਵੇਂ ਮਹਾਰਾਜ ਨੇ ਜਫਰਨਾਮਾ ਭੇਜਿਆ, ਉਹ ਅੱਜ ਪ੍ਰਸੰਗ ਆ ਰਿਹਾ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਲਿਖ ਸਤਿਗੁਰੂ। ਇਸ ਤਰ੍ਹਾਂ ਜਫਰਨਾਮਾ ਲਿਖਿਆ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ। ਜਫਰ ਕਹਿੰਦੇ ਜਿੱਤ ਨੂੰ, ਸਾਧ ਸੰਗਤ ਜੀ ਫਤਿਹ ਨੂੰ। ਨਾਮਾ ਨਾਮ ਹੈ ਚਿੱਠੀ ਦਾ, ਪੱਤਰ ਦਾ। ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਇਹ ਫਤਿਹ ਦੀ ਚਿੱਠੀ ਲਿਖੀ ਹੈ, ਜਿੱਤ ਦੀ ਚਿੱਠੀ ਲਿਖੀ ਹੈ। ਸਤਿਗੁਰੂ ਜੀ ਨੇ ਲਿਖ ਕਰਕੇ ਤੁਰਕ ਤਰਕ ਸੰਦਾਏ। ਤੇ ਜੋ ਇਹ ਤੁਰਕ ਹਨ, ਔਰੰਗਜ਼ੇਬ ਬਾਦਸ਼ਾਹ ਤੇ ਹੋਰ ਜਿਹੜੇ ਹਨ ਜ਼ਾਲਮ ਲੋਕ, ਉਹਨਾਂ ਨੂੰ ਦਲੀਲਾਂ ਦੇ ਸਹਿਤ ਮਹਾਰਾਜ ਸਾਹਿਬ ਜੀ ਨੇ ਉਹਦੇ ਵਿੱਚ ਸਮਝਾਉਣਾ ਕੀਤਾ। ਔਰੰਗਜ਼ੇਬ ਨੂੰ ਬਹੁਤੀਆਂ ਦਲੀਲਾਂ ਦਿੱਤੀਆਂ ਜਫਰਨਾਮੇ ਦੇ ਵਿੱਚ, ਉਹਦੀਆਂ ਕਰਤੂਤਾਂ ਦੱਸੀਆਂ, ਉਹਦੇ ਕੁਕਰਮ ਜਿਹੜੇ ਉਹ ਸਾਰੇ ਮਹਾਰਾਜ ਸਾਹਿਬ ਨੇ ਤਸਵੀਰ ਸਾਰੀ ਖਿੱਚ ਕੇ ਅੱਗੇ ਰੱਖ ਦਿੱਤੀ। ਤਾਂ ਇਹ ਜਿੰਨੇ ਤੁਰਕ ਹਨ ਉਹਨਾਂ ਦੀਆਂ ਜੋ ਹਾਲਤਾਂ ਸੀ ਉਹ ਸਾਰੀਆਂ ਬਿਆਨ ਕੀਤੀਆਂ। ਪਿਛੇ ਅਮਰ ਤਰੀਕ ਲਿਖ। ਤਾਂ ਇਸੇ ਤਰ੍ਹਾਂ ਫਿਰ ਇਹ ਦਲੀਲਾਂ ਤੋਂ ਬਾਅਦ ਵਿੱਚ ਮਗਰੋਂ
ਸਤਿਗੁਰੂ ਸਾਹਿਬ ਜੀ ਨੇ ਅਮਲ ਤਾਰੀਫ ਭਾਵ ਸ਼ੁਭ ਗੱਲਾਂ ਜਿਹੜੀਆਂ ਹਨ ਅਮਲ ਕਰਨ ਵਾਲੀਆਂ ਉਹ ਲਿਖੀਆਂ। ਜਿਸ ਪਾਠ ਗੁਰ ਜਲ ਜਾਏ, ਜਿਸ ਨੂੰ ਪੜ੍ਹਨ ਦੇ ਨਾਲ ਔਰੰਗਜ਼ੇਬ ਦਾ ਹਿਰਦਾ ਸੜ ਜਾਏ। ਨਿਸਾਮੀ ਸ਼ਾਮਿਲ ਕਰਤ ਰਹਿਓ ਲਗ ਭਲੀ। ਮਹਾਰਾਜ ਕਹਿਣ ਲੱਗੇ ਵੀ ਜੋ ਗੱਲ ਤੂੰ ਭਲੀ ਜਾਣ ਕਰਕੇ ਕਰਦਾ ਰਿਹਾ ਹੈ ਆਪਣੇ ਜੀਵਨ ਦੇ ਵਿੱਚ, ਜੋ ਅਰਸਦਾ ਚਲਾਈ, ਅਤੇ ਤੂੰ ਜਿਹੜੀ ਸ਼ਰ੍ਹਾ ਚਲਾਈ ਹੈ ਲੋਕਾਂ ਨੂੰ ਆਖਿਆ ਵੀ ਇਸ ਸ਼ਰ੍ਹਾ ਦੇ ਵਿੱਚ ਚੱਲੋ। ਨਿਜ ਤੋਰਾ ਕਰ ਜਹ ਕਹਾ, ਆਪਣਾ ਜ਼ੋਰ ਕਰਕੇ ਆਪਣੇ ਹੁਕਮ ਦੇ ਨਾਲ ਜਿੱਥੇ ਕਿਥੇ ਤੂੰ ਇਸਲਾਮੀ ਸ਼ਰ੍ਹਾ ਦੇ ਵਿੱਚ ਲੋਕਾਂ ਨੂੰ ਤੋਰਿਆ। ਸਭ ਤੇ ਕਰਵਾਈ, ਸਾਰਿਆਂ ਉੱਤੇ ਤੂੰ ਜ਼ਬਰਦਸਤੀ ਕਰਵਾਈ, ਸਾਰਿਆਂ ਨੂੰ ਇਸਲਾਮੀ ਮੁਸਲਮਾਨੀ ਸ਼ਰ੍ਹਾ ਦੇ ਵਿੱਚ ਤੋਰਨ ਦਾ ਯਤਨ ਕੀਤਾ। ਕਰਤ ਰਹਿਓ ਮੈਂ ਅਮਲ ਸੁਭ, ਇਹ ਤੇਰੇ ਮਨ ਦੇ ਵਿੱਚ ਜੋ ਖਿਆਲ ਹੈ ਵੀ ਇਹ ਮੈਂ ਚੰਗੇ ਕੰਮ ਕਰਦਾ ਰਿਹਾ ਹਾਂ, ਸ਼ੁਭ ਅਮਲ ਕਰਦਾ ਰਿਹਾ ਹਾਂ। ਇਹ ਔਰੰਗਜ਼ੇਬ ਤੂੰ ਆਪਣੇ ਮਨ ਵਿੱਚ ਇਹਨਾਂ ਗੱਲਾਂ ਦਾ ਜੇ ਗੁਮਾਨ ਧਾਰਨ ਕਰਦਾ ਹੋਵੇਂ, ਹੰਕਾਰ ਕਰਦਾ ਹੋਵੇਂ, ਮੈਂ ਸਜਾਏ ਜੋ ਜਿਤ ਤੇ ਤੂੰ ਆਪਣੇ ਮਨ ਵਿੱਚ ਇਸ ਤਰ੍ਹਾਂ ਖਿਆਲ ਕੀਤਾ ਹੋਵੇ ਕਿ ਮੈਨੂੰ ਦੋਜ਼ਖ ਦੇ ਵਿੱਚ ਸਜ਼ਾ ਨਹੀਂ ਬਣੇਗੀ, ਸਜ਼ਾ ਨਹੀਂ ਹੋਵੇਗੀ, ਕਿ ਆਪੇ ਤੂੰ ਆਪਣੇ ਮਨ ਵਿੱਚ ਇਹ ਨਿਸ਼ਚਾ ਠਾਨਿਆ ਹੋਵੇ, ਧਾਰਨ ਕੀਤਾ ਹੋਵੇ, ਭਰੋਸਾ ਜਿਹਾ ਕੀਤਾ ਹੋਵੇ ਵੀ ਮੈਨੂੰ ਤਾਂ ਸਜ਼ਾ ਨਹੀਂ ਮਿਲਣੀ, ਮੈਂ ਤਾਂ ਬੜੇ ਚੰਗੇ ਕੰਮ ਕੀਤੇ ਆ, ਸ਼ੁਭ ਅਮਲ ਕੀਤੇ, ਆਪ ਸ਼ਰ੍ਹਾ ਵਿੱਚ ਚੱਲਿਆ, ਲੋਕਾਂ ਨੂੰ ਇਸਲਾਮੀ ਸ਼ਰ੍ਹਾ ਵਿੱਚ ਜ਼ਬਰਦਸਤੀ ਤੋਰਿਆ ਹੈ। ਮਹਾਰਾਜ ਸਾਹਿਬ ਜੀ ਨੇ ਇਹਦੀਆਂ ਸਾਰੀਆਂ ਗੱਲਾਂ ਦਾ ਖੰਡਨ ਕੀਤਾ ਜ਼ਫਰਨਾਮੇ ਵਿੱਚ ਵੀ ਇਹ ਜੋ ਕੁਝ ਤੂੰ ਕੀਤਾ ਨਾ ਇਹ ਸਾਰੇ ਕੁਕਰਮ ਹੀ ਕੀਤੇ, ਐਵੇਂ ਨਾ ਗੁਮਾਨ ਜਿਹਾ ਚੁੱਕੀ ਫਿਰੀ ਵੀ ਆ ਮੈਂ ਚੰਗੇ ਕੰਮ ਕੀਤੇ, ਚੰਗਾ ਤੂੰ ਇੱਕ ਨਹੀਂ ਕੀਤਾ, ਸਭ ਤੋਂ ਮਾੜੇ ਕੰਮ ਹੀ ਕੀਤੇ ਆ, ਜ਼ਬਰਦਸਤੀ ਕੀਤੀ ਆ। ਪਿੱਛੇ ਆਪਾਂ ਪਿਛਲੇ ਪ੍ਰਸੰਗਾਂ 'ਚ ਪੜ੍ਹਿਆ ਹੀ ਹੈ ਜੋ ਕੁਝ ਮਹਾਰਾਜ ਨੇ ਲਿਖ ਲਿਖ ਕੇ ਇਹਨੂੰ ਦੱਸਿਆ ਕਿ ਤੂੰ ਤਾਂ ਆਪਣੇ ਪਿਤਾ ਦੇ ਉੱਤੇ ਨਹੀਂ ਤਰਸ ਕੀਤਾ ਕਿ ਆਪਣੇ ਪਿਤਾ ਨੂੰ ਭੁੱਖਾ ਪਿਆਸਾ ਰੱਖ ਕਰਕੇ ਤੇ ਸ਼ਾਹਜਹਾਨ ਨੂੰ ਮਾਰਿਆ, ਆਪਣੇ ਤਿੰਨਾਂ ਭਰਾਵਾਂ ਨੂੰ ਤੂੰ ਧੋਖੇ ਨਾਲ ਕਤਲ ਕਰਕੇ ਮਾਰਿਆ, ਤੂੰ ਤਾਂ ਆਪਣੇ ਪਰਿਵਾਰ ਦਾ ਸਕਾ ਨਹੀਂ ਬਣਿਆ, ਬਾਕੀ ਕਿਸੇ ਦਾ ਸਕਾ ਤੂੰ ਕੀ ਬਣਿਆ। ਤਾਂ ਇਹ ਗਰੀਬ ਨਵਾਜ਼ ਸਾਹਿਬ ਜੀ ਨੇ ਇਹਦੇ ਜੋ ਕੁਝ ਇਹਦੇ ਕੁਕਰਮ ਕੀਤੇ ਹੋਏ ਸੀ ਉਹ ਸਾਰੇ ਦੱਸੇ, ਤੇ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਤੂੰ ਮਨ ਵਿੱਚ ਖਿਆਲ ਕੀਤਾ ਹੈ ਨਾ ਇਹ ਵੀ ਤੇਰਾ ਝੂਠਾ ਹੀ ਹੈ, ਭਰਮ ਹੀ ਹੈ, ਇਹ ਗੁਮਾਨ ਹੀ ਹੈ, ਤੂੰ ਜਿਹੜਾ ਨਿਸ਼ਚਾ ਕਰੀ ਬੈਠਾ ਤੈਨੂੰ ਸਜ਼ਾ ਤੇ ਜ਼ਰੂਰ ਮਿਲਣੀ ਹੈ। ਪੂਰੇ ਸਤਿਗੁਰੂ ਜੀ ਨੇ ਲਿਖ ਲਿਖ ਕੇ ਨਾ ਜ਼ਫਰਨਾਮੇ ਦੇ ਵਿੱਚ ਮਹਾਰਾਜ ਨੇ ਇਹ ਬੈਤਾਂ ਦੇ ਵਿੱਚ ਸ਼ੇਰਾਂ ਦੇ ਵਿੱਚ ਪੂਰੇ ਸਤਿਗੁਰਾਂ ਨੇ ਇਹਦੀ ਇੱਕ ਇੱਕ ਗੱਲ ਦਾ ਖੰਡਨ ਕੀਤਾ ਹੈ। ਸਕਲ ਜਨਾਈ ਤੁਰਕ ਕੋ, ਮਹਾਰਾਜ ਸਾਹਿਬ ਜੀ ਨੇ ਤੁਰਕਣੋਂ ਔਰੰਗਜ਼ੇਬ ਨੂੰ ਸਾਰੀ ਜਾਣਕਾਰੀ ਦਿੱਤੀ ਹੈ, ਚੰਗੀ ਤਰ੍ਹਾਂ ਤਸੱਲੀ ਕਰਵਾਈ ਇਸ ਦੀ ਹੋਏ ਨਰਕ ਜ਼ਰੂਰੇ, ਕਿ ਤੈਨੂੰ ਜ਼ਰੂਰ ਨਰਕ ਮਿਲਣਾ ਹੈ, ਕੋਈ ਗੁੰਜਾਇਸ਼ ਨਹੀਂ ਤੇਰੇ ਬਚਣ ਦੀ, ਤੂੰ ਬਚ ਨਹੀਂ ਸਕਦਾ ਨਰਕਾਂ ਦੇ ਵਿੱਚੋਂ। ਸਾਹਿਬ ਜਾਦੇ ਚਾਰ, ਸਾਡੇ ਚਾਰੇ ਜੋ ਸਾਹਿਬਜ਼ਾਦੇ ਹਨ ਸ਼ਾਮ ਕਰ ਮਰਵਾਏ, ਇਹ ਵੀ ਤੂੰ ਛਲ ਕਰਕੇ ਮਰਵਾਏ, ਝੂਠੀਆਂ ਕਸਮਾਂ ਕਰਕੇ ਤੂੰ ਅਨੰਦਪੁਰ ਸਾਹਿਬ ਛਡਵਾਇਆ, ਤੇ ਬਾਅਦ ਵਿੱਚ ਉਹਨਾਂ ਦੇ ਉੱਤੇ ਪੂਰਾ ਵੀ ਨਹੀਂ ਉਤਰਿਆ, ਨਾ ਤੂੰ ਤੇ ਨਾ ਤੇਰੇ ਸਿਪਾਹੀ ਮੁਨਸ਼ੀ ਆਦਿਕ। ਮਹਾਪਾਪ ਇਹ ਤੋਰੇ ਸਿਰ, ਇਹ ਜਿੰਨੇ ਤੂੰ ਕੁਕਰਮ ਕੀਤੇ ਆ ਨਾ, ਧੋਖੇਬਾਜ਼ੀਆਂ ਕੀਤੀਆਂ, ਛਲ ਕਪਟ ਕੀਤਾ ਹੈ, ਬੇਈਮਾਨੀਆਂ ਕੀਤੀਆਂ, ਇਹ ਵੱਡੇ ਪਾਪ ਤੇਰੇ ਸਿਰ ਦੇ ਉੱਤੇ ਹਨ। ਕਰ ਅਹਿਦ ਮਿਟਾਏ, ਤੂੰ ਅਹਿਦ ਕਰਕੇ ਧਰਮ ਨੂੰ ਵਿੱਚ ਰੱਖ ਕਰਕੇ ਇਕਰਾਰ ਕਰਦਾ ਰਿਹਾ, ਕਦੀ ਖੁਦਾ ਦੀ ਕਸਮ ਖਾਧੀ, ਕਦੀ ਮੁਹੰਮਦ ਸਾਹਿਬ ਪੈਗੰਬਰ ਦੀ ਕਸਮ ਖਾਧੀ, ਕਦੀ ਕੁਰਾਨ ਦੀ ਖਾਧੀ ਕਸਮ ਤੂੰ, ਇਹ ਅਹਿਦ ਕਰਕੇ ਇਕਰਾਰ ਕਰਕੇ ਫਿਰ ਤੂੰ ਤੋੜ ਦਿੱਤੇ, ਮਿਟਾ ਦਿੱਤੇ। ਫਿਰ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਵੇਖ ਤੇਰਾ ਪਿਤਾ ਵੀ ਇੱਥੇ ਨਹੀਂ ਰਿਹਾ, ਤੂੰ ਕਿਹੜਾ ਇੱਥੇ ਬੈਠੇ ਰਹਿਣਾ। ਔਰੰਗਜ਼ੇਬ ਤੇਰਾ ਪਿਤਾ ਸ਼ਾਹਜਹਾਨ ਉਹ ਵੀ ਬਾਦਸ਼ਾਹ ਸੀ ਨਾ, ਤੇ ਉਹ ਵੀ ਇੱਥੇ ਨਹੀਂ ਰਿਹਾ। ਇਹਦੇ ਪਿਤਾ ਦੀ ਵੀ ਇਹਨੂੰ ਜਾਣਕਾਰੀ ਦਿੱਤੀ, ਅਵਰੰਗ ਪਦਰ ਹੈ ਪਦਰ ਕੋ, ਫਿਰ ਇਹਦੇ ਪਿਤਾ ਦੇ ਪਿਤਾ ਭਾਵ ਸ਼ਾਹਜਹਾਨ ਉਹਦੇ ਅੱਗੇ ਜਿਹੜਾ ਜਹਾਂਗੀਰ ਹੈ ਉਸ ਦੀ ਵੀ ਮਹਾਰਾਜ ਨੇ ਜਾਣਕਾਰੀ ਦਿੱਤੀ ਕਿ ਤੇਰਾ ਪਿਤਾ ਵੀ ਬਾਦਸ਼ਾਹ ਰਿਹਾ, ਉਹ ਵੀ ਨਹੀਂ ਇੱਥੇ ਰਿਹਾ, ਤੇਰਾ ਦਾਦਾ ਵੀ ਬਾਦਸ਼ਾਹ ਵੀ, ਉਹ ਵੀ ਨਹੀਂ ਰਿਹਾ ਇੱਥੇ ਸੰਸਾਰ ਵਿੱਚ। ਫਿਰ ਉਹਦਾ ਪਿਤਾ ਅੱਗੇ ਅਕਬਰ ਬਾਦਸ਼ਾਹ,
ਉਹ ਵੀ ਸੰਸਾਰ ਵਿੱਚ ਬਾਦਸ਼ਾਹੀ ਕਰਦਾ, ਉਹ ਵੀ ਨਹੀਂ ਇੱਥੇ ਰਿਹਾ। ਲਿਖੀ ਸਮਝ ਅਜਲਾ ਇਹ ਮਹਾਰਾਜ ਸਾਹਿਬ ਜੀ ਨੇ ਪਿਛਲੀਆਂ 7 ਪੀੜ੍ਹੀਆਂ ਦਾ ਗਰੀਬ ਨਵਾਜ ਸਾਹਿਬ ਨੇ ਦੱਸ ਦਿੱਤਾ ਇਸ ਵੀ ਤੇਰਾ ਪਿਤਾ ਸ਼ਾਹਜਹਾਨ, ਉਹਦਾ ਪਿਤਾ ਜਹਾਂਗੀਰ ਬਾਦਸ਼ਾਹ, ਉਹਦਾ ਪਿਤਾ ਅਕਬਰ ਬਾਦਸ਼ਾਹ, ਉਹਦਾ ਪਿਤਾ ਅੱਗੇ ਇਸੇ ਪ੍ਰਕਾਰ ਸੋ ਹੁਮਾਯੂੰ ਤੇ ਫਿਰ ਬਾਬਰ ਤੇ ਉਹਦਾ ਅੱਗੇ ਤਿਮਰਲੰਗ। ਇਹ ਸਾਰੇ ਪਿੱਛੋਂ ਤੀਕ ਮਹਾਰਾਜ ਸਾਹਿਬ ਜੀ ਨੇ ਗਰੀਬ ਨਵਾਜ ਸਾਹਿਬ ਜੀ ਨੇ 7 ਪੀੜ੍ਹੀਆਂ ਦੀ ਜਾਣਕਾਰੀ ਇਹਨੂੰ ਦਿੱਤੀ ਵੀ ਵੇਖ ਉਹਨਾਂ ਵਿੱਚ ਹੈਗਾ ਕੋਈ ਪਿਛਲਿਆਂ ਚੋਂ ਵੀ ਉਹ ਸਾਰੇ ਚਲੇ ਗਏ ਇੱਥੋਂ। ਸੋ ਹੈ ਕਿਤ ਠਾਰੀ ਵੇਖ ਤੇਰੇ ਉਹ ਜਿਹੜੀਆਂ ਪਿਛਲੀਆਂ ਜਿੰਨੀਆਂ ਪੀੜ੍ਹੀਆਂ ਵਾ ਉਹ ਕੋਈ ਹੈ ਇਸੇ ਸੰਸਾਰ ਤੇ ਇੱਥੇ ਕਿਤੇ ਦਿਸਦੇ। ਮਹਾਰਾਜ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਕਾਰੂ ਬਾਦਸ਼ਾਹ ਨੂੰ ਨਸੀਹਤ ਦਿੱਤੀ ਸੀ ਨਾ, ਨਸੀਹਤਨਾਮਾ ਉਚਾਰ ਕੇ ਸਾਧ ਸੰਗਤ ਜੀ, ਉਦੋਂ ਵੀ ਗਰੀਬ ਨਵਾਜ ਨੇ ਆਖਿਆ ਸੀ ਵੀ ਬਾਦਸ਼ਾਹੀ ਦਾ ਐਵੇਂ ਗੁਮਾਨ ਨਾ ਕਰ ਬਾਦਸ਼ਾਹ, ਇਹ ਤਾਂ ਚਲਤੇ ਕਬੂਤਰ ਜਿਨਾਵਰ ਕੀ ਸ਼ਾਮ, ਕੇਤੇ ਖਾਕ ਹੋਏ ਕੋ ਪੁੱਛੇ ਨਾ ਨਾਮ। ਵੀ ਇਹ ਤਾਂ ਚੱਲਦੇ ਹੋ ਜਿਵੇਂ ਕਬੂਤਰ ਉੱਡੀ ਜਾਂਦਾ ਨਾ ਤੇ ਉਹਦੀ ਛਾਂ ਜਿਹੜੀ ਆ ਉਹ ਨਾਲ ਹੀ ਖਤਮ ਹੋ ਜਾਂਦੀ ਹੈ, ਕਿੰਨੀ ਕੁ ਛਾਂ ਉਹਦੀ ਪੈਣੀ ਧਰਤੀ ਤੇ। ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਦੀ ਹੈ ਸੰਸਾਰ ਦੀ ਬਾਦਸ਼ਾਹੀ, ਕਿੰਨੇ ਇੱਥੇ ਖਾਕ ਵਿੱਚ ਮਿਲ ਗਏ ਆ ਤੇਰੇ ਤੋਂ ਪਹਿਲਾਂ ਬਾਦਸ਼ਾਹ, ਕੋਈ ਨਾਂ ਨਹੀਂ ਜਾਣਦਾ ਉਹਨਾਂ ਦੇ। ਚਲਤੇ ਕਬੂਤਰ ਜਨਾਵਰ ਕੀ ਛਾਂ, ਕੋਈ ਜਨੌਰ ਕੋਈ ਪੰਛੀ ਉੱਡਿਆ ਜਾਂਦਾ ਤੇ ਉਹਦਾ ਪਰਛਾਵਾਂ ਕਿੰਨਾ ਕੁ ਚਿਰ ਨਾਲ ਹੀ ਖਤਮ ਹੋ ਜਾਂਦਾ। ਇਸ ਤਰ੍ਹਾਂ ਦੀ ਇਹ ਸੰਸਾਰ ਦੀ ਬਾਦਸ਼ਾਹੀ। ਕੇਤੇ ਖਾਕ ਹੋਏ, ਕਿੰਨੇ ਖਾਕ ਵਿੱਚ ਮਿਲ ਗਏ, ਕੋ ਪੁੱਛੇ ਨਾ ਨਾਮ, ਕੋਈ ਜਾਣਦਾ ਹੀ ਨਹੀਂ ਉਹਨਾਂ ਦੇ ਨਾਮ ਕੀ ਸੀ, ਕਿੰਨੇ ਬਾਦਸ਼ਾਹ ਹੋ ਕੇ ਖਤਮ ਹੋ ਗਏ ਇੱਥੇ। ਤੇ ਕਲਗੀਧਰ ਪਾਤਸ਼ਾਹ ਨੇ ਦੇਖੋ ਸਵਈਆਂ ਦੀ ਬਾਣੀ 'ਚ ਵੀ ਮਹਾਰਾਜ ਨੇ ਫਰਮਾਇਆ, ਮਹਾਰਾਜ ਕਹਿੰਦੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭੈ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅੰਤ ਨੂੰ ਨੰਗੇ ਪੈਰੀ ਚਲੇ ਇੰਨੇ ਰਾਜੇ ਹੋਏ ਤਾਂ ਕੀ ਹੋਇਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਜਿਹੜੇ ਤੇਰੇ ਪੀੜ੍ਹੀ ਦਰ ਪੀੜ੍ਹੀ ਸੀ ਬਾਦਸ਼ਾਹੀ ਜਿਨ੍ਹਾਂ ਨੇ ਕੀਤੀ, ਸੋ ਹੈ ਕਿਤ ਠੌਰੀ, ਉਹ ਹੈ ਕਿਸੇ ਜਗ੍ਹਾ ਤੇ। ਠੌਰ ਕਹਿੰਦੇ ਥਾਂ ਨੂੰ, ਜਗ੍ਹਾ ਨੂੰ, ਵੀ ਕਿਸੇ ਥਾਂ ਉਹ ਹੈ, ਭਾਵ ਇੱਥੋਂ ਚਲੇ ਗਏ। ਇਹ ਜਫਰਨਾਮੇ ਚ ਗਰੀਬ ਨਵਾਜ ਨੇ ਔਰੰਗਜ਼ੇਬ ਨੂੰ ਦੱਸਿਆ ਵੀ ਉਹ ਮਰ ਗਏ ਸਾਰੇ, ਖਾਕ ਵਿੱਚ ਮਿਲ ਗਏ, ਮਿੱਟੀ ਵਿੱਚ ਮਿਲ ਗਏ। ਕੋ ਇੱਕ ਦਿਨ ਬਾਜੀ ਸਾਂ ਇਹ ਤਾਂ ਕੋਈ ਜਿਨ੍ਹਾਂ ਦੀ ਬਾਜੀ ਹੈ, ਇਹ ਤਾਂ ਖੇਲ ਹੈ, ਤਮਾਸ਼ਾ ਹੈ। ਸੰਸਾਰ ਦੀ ਜਿਹੜੀ ਬਾਦਸ਼ਾਹਤ ਹੈ ਇਹ ਤਾਂ ਕੋਈ ਇੱਕ ਦਿਨਾਂ ਦੀ, ਭਾਵ 2-4 ਦਿਨਾਂ ਦੀ ਇਹ ਖੇਡ ਹੈ। ਹਾਰ ਚਲੇ ਕਰ ਝਾੜ ਕਰ, ਹਾਂ ਹਾਰ ਕੇ ਚਲੇ ਗਏ ਇੱਥੋਂ, ਆਖਰੀ ਵਾਰੀ ਹੱਥ ਝਾੜ ਕੇ ਚਲੇ ਗਏ, ਖਾਲੀ ਚਲੇ ਗਏ। ਸਾਥੀ ਲਖ ਬਾਜੀ ਮਹਾਰਾਜ ਕਹਿੰਦੇ ਵੀ ਇਸ ਗੱਲ ਨੂੰ ਇਹ ਪਾਜੀਗਾ ਝੂਠਿਆ, ਤੂੰ ਦਗੇਬਾਜ਼ ਹੈ, ਤੇ ਇਹ ਤੂੰ ਇਸ ਗੱਲ ਨੂੰ ਸਮਝ ਲੈਣਾ ਕਰ, ਸੱਚੀ ਸਿੱਖਿਆ ਸਾਡੀ। ਇਸ ਤੋਂ ਆਦਿਕ ਮਹਾਰਾਜ ਨੇ ਇਹ ਜਫਰਨਾਮੇ ਦੇ ਵਿੱਚ ਬੈਂਤਾਂ ਦੇ ਵਿੱਚ ਲਿਖ ਕਰਕੇ ਸ਼ੁਭ ਬਾਣੀ, ਪਵਿੱਤਰ ਬਾਣੀ ਸਤਿਗੁਰੂ ਜੀ ਨੇ ਰਚਨਾ ਕੀਤੀ। ਜਿਸ ਨੂੰ ਪੜ੍ਹ ਕਰਕੇ ਤੇ ਫਿਰ ਗਮ ਧਾਰਨ ਕਰੇ, ਵੀ ਪੜ੍ਹ ਕਰਕੇ ਜੋ ਕੁਝ ਇਹਨੇ ਕੀਤਾ ਵੀ ਉਹ ਸਾਹਮਣੇ ਆ ਜਾਵੇ ਤੇ ਫਿਰ ਆਪਣੇ ਹਿਰਦੇ ਵਿੱਚ ਇਹਦਾ ਗਮ ਕਰੇ, ਚਿੰਤਾ ਕਰੇ, ਪੂਰਨ ਮਰ ਜਾਈ ਤੇ ਛੇਤੀ ਫਿਰ ਮਰ ਜਾਵੇ ਔਰੰਗਜ਼ੇਬ ਬਾਦਸ਼ਾਹ। ਤੇ ਜਦੋਂ ਔਰੰਗਜ਼ੇਬ ਮਰ ਜਾਵੇ ਜਫਰਨਾਮੇ ਨੂੰ ਪੜ੍ਹ ਕਰਕੇ, ਤੇ ਇਹਦੇ ਤੋਂ ਬਾਅਦ ਵਿੱਚ ਬਾਕੀ ਜਿੰਨੇ ਜ਼ੁਲਮ ਕਮਾਉਣ ਵਾਲੇ, ਸਰਹੰਦ ਦਾ ਸੂਬਾ ਵਜ਼ੀਰ ਖਾਨ, ਲਾਹੌਰ ਦਾ ਸੂਬਾ ਜ਼ੇਰਦਸਤ ਖਾਨ, ਬਾਕੀ ਰਾਜੇ ਤੇ ਹੋਰ ਇਸੇ ਤਰ੍ਹਾਂ ਸਢੌਰੇ ਵਾਲੇ, ਸਮਾਣੇ ਵਾਲੇ, ਜਿਨ੍ਹਾਂ ਨੇ ਜ਼ੁਲਮ ਕੀਤਾ, ਬਾਕੀ ਜਿੰਨੇ ਹਨ ਇਹਦੇ ਤੋਂ ਬਾਅਦ ਵਿੱਚ ਵੀ ਉਹਨਾਂ ਤੋਂ ਵੀ ਪਲਟਾ ਲਿਆ ਜਾਵੇ। ਉਹਨਾਂ ਨੇ ਵੀ ਜੋ ਕੁਝ ਕੀਤਾ ਉਹਨਾਂ ਦੀ ਕੀਤੀ ਦਾ ਫਲ ਭੁਗਤਾਇਆ ਜਾਵੇ। ਇਸ ਤਰ੍ਹਾਂ ਜਿੰਨੇ ਵੀ ਇਹ ਜ਼ਾਲਮ ਤੁਰਕ ਹਨ ਉਹਨਾਂ ਸਾਰਿਆਂ ਨੂੰ ਮਾਰ ਕੇ ਸੁਆਹ ਕੀਤਾ ਜਾਵੇ, ਸਮੂਹ ਤੁਰਕਾਨੇ ਨੂੰ। ਇਸ ਤਰ੍ਹਾਂ ਫਿਰ ਇਹਨਾਂ ਦਾ ਸਾਰਾ ਰਾਜ ਜਿਹੜਾ ਉਹ ਮਿਟਾ ਦੇਵਾਂਗੇ।
ਓੰਕਾਰ ਕੋ। ਇਸ ਗਰੀਬ ਨਵਾਜ ਸਾਹਿਬ ਜੀ ਨੇ ਇਹ ਜ਼ਾਲਮ ਔਰੰਗਜ਼ੇਬ ਨੂੰ ਮਾਰਨ ਵਾਸਤੇ ਜਫਰਨਾਮਾ ਲਿਖ ਕੇ ਨਾ ਸਾਰੀ ਰਚਨਾ ਕਰਕੇ ਤੇ ਆਰੰਭ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਉੱਪਰਲੇ ਪਾਸੇ ਇਕਾਂਗ ਕਹੀਏ ਇੱਕ ਲਿਖ ਇਕਾਂਗ ਓੰਕਾਰ ਕੋ। ਮਹਾਰਾਜ ਸਾਹਿਬ ਜੀ ਨੇ ਪਹਿਲਾਂ ਇੱਕ ਓੰਕਾਰ ਲਿਖਿਆ ਆਰੰਭ ਦੇ ਵਿੱਚ, ਇੱਕ ਓੰਕਾਰ ਇਹ ਲਿਖਣਾ ਕੀਤਾ ਹੈ। ਮੰਤਰ ਸਤਨਾਮਾ। ਤੇ ਅੱਗੇ ਗਰੀਬ ਨਵਾਜ ਸਾਹਿਬ ਜੀ ਨੇ ਫਿਰ ਇਹ ਸਤਨਾਮ ਮੰਤਰ ਲਿਖਿਆ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। तो गरीब नवाज साहब जी ने ये सतनाम सच्चा मंत्र जो है एक ओंकार लिखना कीता है। वाहिगुरु जी की फतेह। तां फिर अगे लिखा है श्री वाहिगुरु जी की फतेह। ये महाराज साहब जी अपनी रचना दे विच लिखते हैं साध संगत जी। धन श्री गुरु नानक देव साहब गरीब नवाज साहब जी ने एक ओंकार सतगुर प्रसाद ਇਹ ਜ਼ਿਆਦਾ ਮੰਗਲ ਮਹਾਰਾਜ ਨੇ ਆਪਣੀ ਰਚਨਾ ਦੇ ਵਿੱਚ ਉਚਾਰਨ ਕੀਤਾ। ਜਾਂ ਇਸੇ ਤਰ੍ਹਾਂ ਹੋਰ ਵੀ ਰੂਪ ਹਨ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਵੀ ਆਉਂਦਾ ਮੰਗਲਾਂ ਦੇ ਵਿੱਚ। ਤੇ ਇੱਕ ਓੰਕਾਰ ਤੋਂ ਲੈ ਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ ਇਹ ਮੰਗਲ ਵੀ ਬਹੁਤ ਵਾਰੀ ਆਉਂਦਾ। ਜਿੱਥੇ ਰਾਗਾਂ ਦੀ ਆਰੰਭਤਾ ਕਰਦੇ ਸਤਿਗੁਰੂ ਜੀ ਕੋਈ ਨਵੀਂ ਬਾਣੀ ਉਚਾਰਨ ਕਰਦੇ ਹਨ, ਉੱਥੇ ਵੱਡਾ ਮੰਗਲ ਸਤਿਗੁਰੂ ਜੀ ਦਿੰਦੇ। ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਅਨੇਕਾਂ ਵਾਰੀ ਸੈਂਕੜੇ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਇਆ। ਇਹ ਮੰਗਲ ਕਲਗੀਧਰ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਉਚਾਰਿਆ। ਇੱਕ ਓੰਕਾਰ ਸਤਿਗੁਰ ਪ੍ਰਸਾਦ ਵੀ, ਪਰ ਜ਼ਿਆਦਾ ਮਹਾਰਾਜ ਸਾਹਿਬ ਜੀ ਨੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਗਰੀਬ ਨਵਾਜ ਸਾਹਿਬ ਜੀ ਨੇ ਉਚਾਰਿਆ। ਇਸ ਕਰਕੇ ਇਹਦੇ ਵਿੱਚ ਫਰਕ ਕੋਈ ਨਹੀਂ ਸਮਝਣਾ, ਇਹਦੇ ਵਿੱਚ ਭੁਲੇਖਾ ਕੋਈ ਨਹੀਂ ਖਾਣਾ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਇਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਚਾਰਨ ਕੀਤਾ। ਅੱਜ ਕੱਲ੍ਹ ਭੁਲੇਖਾ ਵੀ ਬੜਾ ਪਾਇਆ ਜਾਂਦਾ। ਤੋ ਜਿਵੇਂ ਭੁਲੇਖਾ ਅੱਗੇ ਵੀ ਇੱਕ ਦਿਨ ਬੇਨਤੀ ਸਾਂਝੀ ਕੀਤੀ ਸੀ ਵੀ ਇਹ ਪਾਇਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਾਂ ਨਾਨਕ ਪਦ ਦੇ ਸਰਲੇਖ ਹੇਠ ਬਾਣੀ ਆਉਂਦੀ ਹੈ। ਪਹਿਲੇ ਪਾਤਸ਼ਾਹ ਦੀ ਬਾਣੀ ਆਵੇ, ਦੂਜੇ ਪਾਤਸ਼ਾਹ ਦੀ, ਤੀਜੇ ਪਾਤਸ਼ਾਹ ਦੀ, ਚੌਥੇ ਪਾਤਸ਼ਾਹ ਦੀ, ਪੰਜਵੇਂ ਮਹਾਰਾਜ ਸਾਹਿਬ ਦੀ, ਨਾਵੇਂ ਪਾਤਸ਼ਾਹ ਦੀ। ਗੁਰੂ ਸਾਹਿਬਾਂ ਦੀ ਬਾਣੀ ਆਉਂਦੀ ਹੈ ਤੇ ਸ਼ਬਦ ਦੀ ਸਮਾਪਤੀ ਤੇ ਨਾਨਕ ਪਦ ਆਉਂਦਾ ਹੈ। ਕਈਆਂ ਸ਼ਬਦਾਂ ਵਿੱਚ ਇੱਕ ਤੋਂ ਵਧੇਕ ਵਾਰੀ ਵੀ ਨਾਨਕ ਪਦ ਆਇਆ। ਤੇ ਇਹ ਗੱਲ ਕਹਿ ਕਰਕੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ ਹੈ ਕਿ ਵੇਖੋ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਉਹਨਾਂ ਨੇ ਨਾਨਕ ਪਦ ਕਿਉਂ ਨਹੀਂ ਵਰਤਿਆ। ਇਸ ਤਰ੍ਹਾਂ ਕਿਹਾ ਜਾਂਦਾ ਹੈ। ਇਹ ਤਾਂ ਮਹਾਰਾਜ ਦੀ ਮੌਜ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿ ਮਹਾਰਾਜ ਸਾਹਿਬ ਨੇ ਆਪਣੀ ਬਾਣੀ ਵਿੱਚ ਨਾਨਕ ਪਦ ਕਿਉਂ ਨਹੀਂ ਵਰਤਿਆ, ਭਾਵੇਂ ਪਹਿਲੇ ਸਰੂਪਾਂ ਵਿੱਚ ਵੀ ਨਾ ਵਰਤਦੇ। ਹੁਣ ਛੇਵੇਂ ਪਾਤਸ਼ਾਹ ਨੂੰ ਵੀ ਸਿੱਖਾਂ ਨੇ ਪੁੱਛਿਆ ਸੀ ਕਿ ਮਹਾਰਾਜ ਸਾਹਿਬ ਪਹਿਲੇ 5 ਸਰੂਪਾਂ ਵਿੱਚ ਬਾਣੀ ਉਚਾਰਨ ਕੀਤੀ, ਆਪ ਜੀ ਨੇ ਬਾਣੀ ਕਿਉਂ ਨਹੀਂ ਉਚਾਰੀ। ਮਹਾਰਾਜ ਕਹਿੰਦੇ ਅਸੀਂ ਨਹੀਂ ਬਾਣੀ ਉਚਾਰਾਂਗੇ। ਛੇਵੇਂ ਪਾਤਸ਼ਾਹ ਨੇ ਆਖਿਆ ਸੀ ਨਾ ਹੀ 6ਵੇਂ ਸਰੂਪ ਵਿੱਚ ਵੀ ਨਹੀਂ ਬਾਣੀ ਉਚਾਰਨ ਕਰਨੀ, 7ਵੇਂ ਚ ਵੀ ਨਹੀਂ ਉਚਾਰਨ ਕਰਨੀ ਤੇ 8ਵੇਂ ਸਰੂਪ ਚ ਵੀ ਨਹੀਂ ਬਾਣੀ ਉਚਾਰਨ ਕਰਨੀ। ਅਸੀਂ 9ਵੇਂ ਸਰੂਪ ਵਿੱਚ ਬਾਣੀ ਉਚਾਰਾਂਗੇ ਤੇ ਫਿਰ 10ਵੇਂ ਸਰੂਪ ਵਿੱਚ ਬੇਅੰਤ ਬਾਣੀ ਉਚਾਰਾਂਗੇ। ਇਹ ਛੇਵੇਂ ਮਹਾਰਾਜ ਨੇ ਬਚਨ ਕੀਤੇ ਸੀ ਗਰੀਬ ਨਵਾਜ ਸਾਹਿਬ ਜੀ। ਹੁਣ ਸਿੱਖ ਦਾ ਤੇ ਫਰਜ਼ ਹੀ ਨਹੀਂ ਬਣਦਾ ਆਪਣੇ ਗੁਰੂ ਤੇ ਸ਼ੰਕਾ ਕਰੇ, ਪਰ ਇਸ ਤਰੀਕੇ ਦੇ ਨਾਲ ਥੋੜੀ ਥੋੜੀ ਗੱਲ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ। ਉਹਦੇ ਤੋਂ ਨਾਲੋਂ ਨਾਲ ਹੀ ਸਾਵਧਾਨ ਹੋਣਾ ਚਾਹੀਦਾ, ਸੁਚੇਤ ਹੋਣਾ ਚਾਹੀਦਾ, ਆਪ ਜਾਣਕਾਰ ਹੋਣਾ ਚਾਹੀਦਾ ਕਿ ਸਾਡੇ ਤੇ ਕੋਈ ਐਸਾ ਸਾਨੂੰ ਗੁੰਮਰਾਹ ਕਰ ਹੀ ਨਾ ਸਕੇ। ਤਾਂ ਇਹ ਮਹਾਰਾਜ ਮੌਜ ਦੇ ਮਾਲਕ ਆ ਗਰੀਬ ਨਵਾਜ ਸਾਹਿਬ ਜੀ। ਜਿਵੇਂ ਅੱਗੇ ਵੀ ਬੇਨਤੀ ਸਾਂਝੀ ਕੀਤੀ ਸੀ ਕਿ ਜਪਜੀ ਸਾਹਿਬ ਦੇ ਵਿੱਚ ਸਾਧ ਸੰਗਤ ਜੀ 30 ਵਾਰੀ ਨਾਨਕ ਪਦ ਆਉਂਦਾ ਹੈ। ਜਿਹੜੇ ਮਾਈ ਭਾਈ ਰੋਜ਼ ਕਈ ਵਾਰੀ ਸੁਭਾਵਕ ਆਪਾਂ ਪਾਠ ਕਰਦੇ ਨਹੀਂ ਵੀ ਧਿਆਨ ਕਰਦੇ, ਪਰ ਜਿਸ ਸਿੱਖ ਨੇ ਪ੍ਰਚਾਰ ਪ੍ਰਸਾਰ ਕਰਨਾ ਹੁੰਦਾ ਹੈ ਉਹਨੂੰ ਥੋੜਾ ਜਿਹਾ ਵੱਧ ਧਿਆਨ ਦੇਣਾ ਪੈਂਦਾ ਹੈ ਵੀ ਆਪਾਂ ਭਾਈ ਸੰਗਤ ਵਿੱਚ ਬੇਨਤੀ ਸਾਂਝੀ ਕਰਨੀ। ਜਪਜੀ ਸਾਹਿਬ ਦੇ ਵਿੱਚ ਨਾਨਕ ਪਦ 30 ਵਾਰੀ ਆਉਂਦਾ ਹੈ।
ਦੋ ਪੌੜੀਆਂ ਜਪਜੀ ਸਾਹਿਬ ਵਿੱਚ ਹਨ ਜਿਹਦੇ ਵਿੱਚ ਦੋ ਵਾਰੀ ਨਾਨਕ ਪਦ ਆਉਂਦਾ, ਬਾਕੀ ਪੌੜੀਆਂ ਦੇ ਵਿੱਚ ਇੱਕ ਵਾਰੀ, ਤੇ 12 ਪੌੜੀਆਂ ਹਨ ਜਿਨ੍ਹਾਂ ਵਿੱਚ ਨਾਨਕ ਪਦ ਨਹੀਂ ਆਉਂਦਾ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਨਾਮ ਨਹੀਂ ਆਉਂਦਾ 12 ਪੌੜੀਆਂ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ। ਵੀ ਫੇਰ ਜੇ ਇਹੀ ਗੱਲ ਕਹੀਏ ਕਿ ਇਹਨਾਂ ਪੌੜੀਆਂ ਹੀ ਤਾਂ ਵੇਖੋ ਜੀ ਮਹਾਰਾਜ ਦੇ ਨਾਮ ਦੀ ਮੋਹਰ ਨਹੀਂ ਲੱਗੀ, ਉਹ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿੱਥੇ ਨਾਨਕ ਪਦ ਨਾ ਹੋਵੇ ਇਹਦਾ ਭਾਵ ਹੈ ਗੁਰੂ ਕੀ ਬਾਣੀ ਨਹੀਂ। ਪਰ ਐਸਾ ਨਹੀਂ ਸਾਧ ਸੰਗਤ ਜੀ, ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਸਭ ਮਾਈ ਭਾਈ ਜਪਜੀ ਸਾਹਿਬ ਤਾਂ ਰੋਜ਼ ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ ਪੜ੍ਹਦੇ ਹੀ ਆ। ਜਦੋਂ ਧਿਆਨ ਨਾਲ ਪੜ੍ਹਨਗੇ 12 ਪੌੜੀਆਂ 'ਚ ਨਾਨਕ ਪਦ ਨਹੀਂ ਆਉਂਦਾ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਨਹੀਂ ਆਉਂਦਾ। ਫਿਰ ਕੀ ਆਖੀਏ ਗੁਰੂ ਸਾਹਿਬ ਦੀ ਬਾਣੀ ਨਹੀਂ? ਇਹ ਤਾਂ ਮਹਾਰਾਜ ਜੀ ਮੌਜ ਹੈ। ਗੁਰੂ ਸਾਹਿਬ ਜੀ ਨੇ ਕਿੱਥੇ ਆਪਣਾ ਨਾਮ ਦਿੱਤਾ ਹੈ, ਆਪਣੇ ਨਾਮ ਦੀ ਮੋਹਰ ਛਾਪ ਲਾਈ ਹੈ। ਹਾਂ, ਪਹਿਲੇ 5 ਸਰੂਪਾਂ ਦੇ ਵਿੱਚ, ਫਿਰ 9ਵੇਂ ਸਰੂਪ ਵਿੱਚ ਨਾਨਕ ਪਦ ਮਹਾਰਾਜ ਨੇ ਵਰਤਿਆ ਹੈ, ਪਰ ਦਸਮ ਪਾਤਸ਼ਾਹ ਨੇ ਨਹੀਂ ਵਰਤਿਆ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਤੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ, ਹੁਣ ਵੇਖੋ 5 ਬਾਣੀਆਂ ਵਿੱਚ ਆਪਾਂ 3 ਬਾਣੀਆਂ ਕਲਗੀਧਰ ਪਿਤਾ ਜੀ ਦੀਆਂ ਪੜ੍ਹਦੇ ਹਾਂ। ਜਪਜੀ ਸਾਹਿਬ ਤੋਂ ਬਾਅਦ ਜਾਪ ਸਾਹਿਬ, ਫਿਰ ਸਵਈਏ, ਫਿਰ ਚੌਪਈ ਸਾਹਿਬ, ਇਹਨਾਂ 3 ਬਾਣੀਆਂ ਵਿੱਚ ਨਾਨਕ ਪਦ ਨਹੀਂ ਆਉਂਦਾ। ਪਰ ਸਾਧ ਸੰਗਤ ਜੀ ਇਹ ਕਲਗੀਧਰ ਪਿਤਾ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਬਾਣੀਆਂ, ਮਹਾਰਾਜ ਸਾਹਿਬ ਮੌਜ ਦੇ ਮਾਲਕ। ਇਹ ਤਾਂ ਬਹੁਤ ਕੁਝ ਹੈ ਜਿਹੜਾ ਪਹਿਲੇ ਗੁਰੂ ਸਾਹਿਬਾਂ ਨੇ, ਜੋ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ ਹੈ, ਦਸਮ ਪਾਤਸ਼ਾਹ ਜੀ ਨੇ ਉਹਦੇ ਨਾਲੋਂ ਨਿਆਰਾ ਵੱਖਰਾ ਉਚਾਰਨ ਕੀਤਾ ਹੈ। ਇਹ ਤਾਂ ਕਈ ਵਾਰੀ ਐਸਾ ਵੀ ਕਿਹਾ ਜਾਂਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰ ਕੁਝ ਵੀ ਨਹੀਂ ਮੰਨਦੇ, ਸਾਰਾ ਇਤਿਹਾਸ। ਹਾਂ, ਗੁਰੂ ਕੀ ਬਾਣੀ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਤਿਗੁਰੂ ਆ, ਪਰ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰ ਸਾਡਾ ਸਾਰਾ ਇਤਿਹਾਸ ਬਾਹਰ ਹੈ। ਨਿਤਨੇਮ ਜਿਹੜਾ ਹੈ, ਨਿਤਨੇਮ ਦੀਆਂ 3 ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰ ਹਨ। 5 ਕਕਾਰਾਂ ਦੀ ਰਹਿਣੀ ਜਿਹੜੀ ਹੈ, ਜੇ ਕੋਈ ਆਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਉਂ, ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਰਹਿਤ ਸਾਰੀ ਦੱਸੀ ਆਪਣੀ ਬਾਣੀ ਦੇ ਵਿੱਚ, ਪਰ ਕਲਗੀਧਰ ਪਾਤਸ਼ਾਹ ਨੇ ਸਾਨੂੰ 5 ਕਕਾਰ ਬਖਸ਼ਿਸ਼ ਕੀਤੇ। ਉਹ 5 ਕਕਾਰਾਂ ਬਾਰੇ ਜੇ ਪੜਾਂਗੇ ਤੇ ਗੁਰੂ ਕੀ ਬਾਣੀ ਦਸਮ ਪਾਤਸ਼ਾਹ ਦੀ ਬਾਣੀ ਚੋਂ ਪੜ੍ਹ ਸਕਦੇ ਹਾਂ, ਗੁਰੂ ਕੇ ਇਤਿਹਾਸ ਵਿੱਚੋਂ ਪੜ੍ਹ ਸਕਦੇ ਹਾਂ, ਰਹਿਤ ਨਾਮਿਆਂ ਵਿੱਚੋਂ ਪੜ੍ਹ ਸਕਦੇ ਹਾਂ। ਤਾਂ ਮਹਾਰਾਜ ਮੌਜ ਦੇ ਮਾਲਕ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਹੜਾ ਮੰਗਲ ਹੈ ਉਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੇ ਰੂਪ ਵਿੱਚ ਆਉਂਦਾ ਹੈ। ਇਹ ਮੰਗਲ ਵੀ ਕਲਗੀਧਰ ਪਿਤਾ ਨੇ ਵਰਤਿਆ ਹੈ, ਪਰ ਸਤਿਗੁਰੂ ਜੀ ਨੇ ਜ਼ਿਆਦਾਤਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਰਾਜ ਸਾਹਿਬ ਨੇ ਵਰਤਿਆ। ਫਤਿਹ ਜੋ ਆਪਾਂ ਬੁਲਾਉਣੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚੋਂ ਹੀ ਬੁਲਾਉਂਦੇ। ਕਲਗੀਧਰ ਪਾਤਸ਼ਾਹ ਜੀ ਨੇ ਇਹ ਜਿਹੜਾ ਬਾਣਾ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ, 5 ਕਕਾਰੀ ਬਾਣਾ, ਕੇਸ ਪਹਿਲਾਂ ਹੀ ਗੁਰਸਿੱਖ ਰੱਖਦੇ ਸੀ, ਕੇਸਾਂ ਤੋਂ ਇਲਾਵਾ 4 ਹੀ ਕਕਾਰ ਜਿਹੜੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੇ ਆ। ਕੱਲ ਨੂੰ ਇਹਨਾਂ ਤੇ ਵੀ ਕੋਈ ਕਹੂਗਾ ਵੀ ਪਹਿਲੇ ਗੁਰੂ ਸਾਹਿਬਾਂ ਨੇ ਤਾਂ ਇਹ ਕਕਾਰ ਪਵਾਏ ਨਹੀਂ ਸੀ, ਦਸਮ ਪਾਤਸ਼ਾਹ ਨੇ ਕਿਉਂ ਪਵਾ ਦਿੱਤੇ? ਪਵਾ ਦਿੱਤੇ ਮਰਦਾ ਗਮੜੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ ਤੇ 5 ਕਕਾਰੀ ਬਾਣਾ ਬਖਸ਼ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ। ਇਸ ਕਰਕੇ ਐਸੀਆਂ ਕੋਈ ਤਰਕਾਂ ਜਿਹੜੀਆਂ ਹਨ ਉਹ ਕੋਈ ਭਾਵ ਨਹੀਂ ਰੱਖਦੀਆਂ ਹਨ ਸਾਧ ਸੰਗਤ ਜੀ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਫਰਨਾਮਾ ਲਿਖ ਕਰਕੇ ਫਿਰ ਗਰੀਬ ਨਵਾਜ ਸਾਹਿਬ ਜੀ ਨੇ ਇਹ ਮੰਗਲ ਆਰੰਭ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਿਖਣਾ ਕੀਤਾ ਹੈ। ਕਹਿੰਦੇ ਵੀ ਇਹ ਮੰਗਲ ਜੋ ਅਬਰਾਮਾ ਕਹੀਏ ਸੁੰਦਰ ਲਿਖ ਕਰਕੇ ਫਿਰ ਸਾਰਾ ਕਾਗਜ਼ ਜਿਹੜਾ ਸੀ ਨਾ, ਜਿਸ ਕਾਗਜ਼ ਉੱਤੇ ਸਾਰਾ ਜਫਰਨਾਮਾ ਲਿਖਿਆ ਹੈ ਉਹ ਕਾਗਜ਼ ਇੱਕ ਥਾਂ ਤੇ ਇਕੱਠੇ ਕਰਕੇ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤਰ੍ਹਾਂ ਕਰਕੇ ਸਮਰੱਥ ਵਾ, ਸਰਬ ਸ਼ਕਤੀਮਾਨ, ਜੇ ਚਾਹੁਣ ਤੇ ਫੁਰਨੇ ਨਾਲ ਹੀ ਮਹਾਰਾਜ ਸਾਹਿਬ ਤਾਂ ਸਾਧ ਸੰਗਤ ਜੀ ਇਹ ਜ਼ਾਲਮ ਜਰਵਾਣਿਆਂ ਨੂੰ ਖਤਮ ਕਰ ਦੇਣ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੋ ਸਭ ਤਰ੍ਹਾਂ ਕਰਕੇ ਸਮਰੱਥ ਹਨ। ਨਾਮ ਜਫਰਨਾਮਾ ਰੱਖਿਓ। ਗਰੀਬ ਨਵਾਜ ਨੇ ਸਾਰੀ ਰਚਨਾ ਕਰਕੇ ਫਿਰ ਇਹਦਾ ਨਾਮ ਰੱਖਿਆ ਹੈ ਜਫਰਨਾਮਾ, ਭਾਵ ਜਿੱਤ ਦੀ ਚਿੱਠੀ, ਫਤਿਹ ਦੀ ਚਿੱਠੀ।
ਸ਼ਤਰੂ ਹਿਤ ਹਸਤੀ ਤੇ ਸ਼ਤਰੂ ਦੇ ਹਾਥੀ ਕਹੀਏ ਨਾਸ ਕਰਨ ਦੇ ਹਿੱਤ ਕਾਰਨ ਨੂੰ ਲੈ ਕਰਕੇ ਆਪਣੇ ਸ਼ਤਰੂ ਜਿਹੜਾ ਗੁਰੂ ਘਰ ਦੇ ਨਾਲ ਸ਼ਤਰੁਤਾ ਕਰਦਾ ਸੀ ਔਰੰਗਜ਼ੇਬ, ਉਹਦੇ ਨਾਸ ਕਰਨ ਵਾਸਤੇ ਇਸ ਚਿੱਠੀ ਦਾ, ਇਸ ਪੱਤਰ ਦਾ ਨਾਮ ਮਹਾਰਾਜ ਨੇ ਜਿੱਤ ਦੀ ਚਿੱਠੀ ਰੱਖਿਆ, ਜਫਰਨਾਮਾ ਰੱਖਿਆ। ਇਕ ਲੱਖ ਮਹਾਤੈ ਸੁਰਤ ਤੋ ਇਧਰਲੇ ਪਾਸੇ ਲੱਖਾਂ ਜਿਹੜੇ ਸੂਰਮੇ ਉਹਨਾਂ ਨੂੰ ਖਤਮ ਕਰਕੇ ਰਬ ਤੇ ਬ੍ਰਿਗ ਮੈਂ ਪਾਈ ਸਾਰਿਆਂ ਦੇ ਅੱਖਾਂ ਵਿੱਚ ਘੱਟਾ ਪਾ ਦਿੱਤਾ, ਧੂੜ ਪਾ ਦਿੱਤੀ। ਤੇ ਉਧਰਲੇ ਪਾਸੇ ਇਸ ਕਾਗਜ਼ ਦੇ ਉੱਤੋਂ ਜਫਰਨਾਮਾ ਪੜ੍ਹਦਿਆਂ ਹੀ ਹਜ਼ਰਤ ਮਰ ਜਾਈ ਔਰੰਗਜ਼ੇਬ ਬਾਦਸ਼ਾਹ ਮਰ ਜਾਵੇਗਾ। ਇਧਰਲੇ ਪਾਸੇ ਲੱਖਾਂ ਦੁਸ਼ਮਣ ਮਾਰ ਕੇ ਆਨੰਦਪੁਰ ਸਾਹਿਬ ਤੋਂ ਚੱਲਦਿਆਂ ਚਮਕੌਰ ਸਾਹਿਬ ਤੋਂ ਮਹਾਰਾਜ ਸਾਹਿਬ ਜੀ ਚੱਲਦਿਆਂ ਹੋਇਆਂ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਇਹ ਮਾਲਵੇ ਵਿੱਚ ਆ ਗਏ। ਲੱਖਾਂ ਦੁਸ਼ਮਣਾਂ ਨੂੰ ਮਾਰ ਕਰਕੇ ਖਤਮ ਕਰਕੇ ਉਹਨਾਂ ਦੀਆਂ ਅੱਖਾਂ 'ਚ ਘੱਟਾ ਪਾ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਾਲਵੇ ਵਿੱਚ ਆਏ। ਤੇ ਹੁਣ ਉਧਰ ਬਾਦਸ਼ਾਹ ਨੂੰ ਮਾਰਨ ਵਾਸਤੇ ਗਰੀਬ ਨਵਾਜ ਸਾਹਿਬ ਜੀ ਨੇ ਫਤਿਹ ਦੀ ਚਿੱਠੀ ਲਿਖਣਾ ਕੀਤੀ ਹੈ। ਨਾਮ ਧਰਿਓ ਸਭ ਫਤਿਹ ਕੋ। ਤਾਂ ਇਸ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਨੇ ਇਹ ਨਾਮ ਰੱਖਿਆ ਇਸ ਖਤ ਦਾ, ਇਸ ਪੱਤਰ ਦਾ ਵੀ ਇਹ ਫਤਿਹ ਦਾ ਖਤ ਹੈ, ਫਤਿਹ ਦੀ ਚਿੱਠੀ ਹੈ, ਜਿੱਤ ਦੀ ਚਿੱਠੀ ਹੈ। ਇਹ ਕਾਰਨ ਕਹਿੰਦੇ ਜਾਣ ਲਓ, ਤਾਂ ਗੁਰੂ ਸਾਹਿਬ ਜੀ ਨੇ ਇਸ ਚਿੱਠੀ ਦਾ ਨਾਮ ਜਫਰਨਾਮਾ ਰੱਖਿਆ ਹੈ। ਦੋਵਾਂ ਪਾਸੇ ਮਹਾਰਾਜ ਕਹਿੰਦੇ ਵੀ ਇਸੇ ਤਰ੍ਹਾਂ ਭਾਈ ਸਾਹਿਬ ਜੀ ਦੱਸ ਰਹੇ ਆ ਵੀ ਗੁਰੂ ਸਾਹਿਬ ਜੀ ਚਾਹੁੰਦੇ ਆ ਦੋਵਾਂ ਪਾਸੇ ਤੁਰਕਾਂ ਦਾ ਨਾਸ ਹੋਵੇ। ਵੀ ਇੱਧਰਲੇ ਪਾਸੇ ਤੇ ਮਹਾਰਾਜ ਸਾਹਿਬ ਜੀ ਨੇ ਜੰਗ ਕਰਕੇ ਤੁਰਕਾਂ ਦਾ ਖਾਤਮਾ ਕੀਤਾ ਹੀ ਹੈ। ਅੱਗੇ ਜਾ ਕੇ ਫੇਰ ਜਦੋਂ ਸਰਹੰਦ ਦੇ ਸੂਬੇ ਨੇ ਚੜ੍ਹ ਕੇ ਆਉਣਾ, ਉਹਨੂੰ ਫੇਰ ਖਤਮ ਕਰਨਾ। ਤਾਂ ਉਧਰਲੇ ਪਾਸੇ ਜਫਰਨਾਮਾ ਪੜ੍ਹ ਕੇ ਤੁਰਕ ਮਰ ਜਾਵੇਗਾ। ਫਿਰ ਰਾਜ ਪ੍ਰਹੰਨ, ਇਹ ਸਾਰਾ ਰਾਜ ਇਹਨਾਂ ਦਾ ਜਿਹੜਾ ਪਰ ਵਿਸ਼ੇਸ਼ ਕਰਕੇ ਨਾਸ ਹੋ ਜਾਵੇਗਾ। ਤੁਰਕਾਂ ਦਾ ਜ਼ੁਲਮ ਭਰਿਆ ਜੋ ਰਾਜ ਹੈ। ਤਾਂ ਇਸੇ ਤਰ੍ਹਾਂ ਮਹਾਰਾਜ ਸਾਹਿਬ ਨੇ ਆਗਿਆ ਕੀਤੀ ਕਿ ਪਿਆਰੇ ਦਇਆ ਸਿੰਘ ਜੀ ਇਹ ਜਫਰਨਾਮਾ ਤੁਸੀਂ ਲੈ ਕਰਕੇ ਜਾਓ ਭਲੀ ਪ੍ਰਕਾਰ ਤੇ ਜਾ ਕੇ ਇਹ ਤੁਰਕਾਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣਾ ਕਰੋ। ਤੁਸੀਂ ਸਾਵਧਾਨ ਹੋ ਕਰਕੇ ਔਰੰਗਜ਼ੇਬ ਬਾਦਸ਼ਾਹ ਦੇ ਨੇੜੇ ਪਹੁੰਚਣਾ, ਉਸ ਦੇ ਪਾਸ ਪਹੁੰਚਣਾ ਹੈ। ਤੇ ਲੇਸ਼ ਮਾਤਰ ਵੀ ਡਰ ਨਹੀਂ ਕਰਨਾ, ਡਰ ਨਹੀਂ ਧਾਰਨ ਕਰਨਾ, ਥੋੜਾ ਮਾਤਰ ਵੀ। ਕਲਗੀਧਰ ਪਾਤਸ਼ਾਹ ਕਹਿੰਦੇ ਪਿਆਰੇ ਦਇਆ ਸਿੰਘ ਜੀ ਤੇਰੇ ਬਚਨਾਂ ਵਿੱਚ ਅਸੀਂ ਸ਼ਕਤੀ ਪਾ ਦਿੱਤੀ ਹੈ, ਤੇਰੇ ਬੋਲਾਂ ਦੇ ਵਿੱਚ ਤੈਨੂੰ ਅਸੀਂ ਸ਼ਕਤੀ ਦੇ ਦਿੱਤੀ ਹੈ। ਜਿਮ ਕਹੈ ਸੋ ਹੋਵੈ। ਪਿਆਰੇ ਦਇਆ ਸਿੰਘ ਜੀ ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੋ ਜਾਵੇਗਾ। ਇਸ ਕਰਕੇ ਪਿਆਰੇ ਦਇਆ ਸਿੰਘ ਜੀ ਇਹ ਜਫਰਨਾਮਾ ਫਤਿਹ ਦੀ ਚਿੱਠੀ ਲੈ ਕਰਕੇ ਤੁਰਕਾਂ ਦੇ ਬਾਦਸ਼ਾਹ ਔਰੰਗਜ਼ੇਬ ਕੋਲੇ ਦੱਖਣ ਦੇਸ਼ ਦੇ ਵਿੱਚ ਤੁਸੀਂ ਪਹੁੰਚ ਜਾਓ। ਤੋ ਗੁਰੂ ਕੀ ਸੰਗਤ ਜੀ, ਸੋ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਿਹਾ। ਦੱਖਣ ਦੇ ਵਿੱਚੋਂ ਆਇਆ ਹੋਇਆ ਗੁਰੂ ਦਾ ਖਾਲਸਾ, ਹਜ਼ੂਰੀ ਖਾਲਸਾ। ਸੋ ਸਮੂਹ ਗੁਰੂ ਕੇ ਖਾਲਸੇ ਨੂੰ ਜੀਉ ਆਇਆ ਗੁਰੂ ਘਰ ਵੱਲੋਂ, ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਸਥਾਨ ਵੱਲੋਂ ਸੱਚਖੰਡ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਤੋਂ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਸ਼ਸਤਰ ਧਾਰੀ। ਔਰ ਇਹ ਮਹਿਮਾ ਹੈ ਸਾਧ ਸੰਗਤ ਜੀ, ਇਹ ਵਡਿਆਈ ਹੈ। ਸੋ ਕਈ ਵਾਰੀ ਉੱਥੇ ਮਹਾਂਪੁਰਖਾਂ ਗੁਰਮੁਖਾਂ ਨੇ ਦੱਸਿਆ ਕਿ ਇੱਥੇ ਨੰਦੇੜ ਸ਼ਹਿਰ ਦੇ ਵਿੱਚ ਜਿੰਨੇ ਵੀ ਗੁਰੂ ਕੇ ਸਿੱਖ ਰਹਿੰਦੇ ਹਨ ਇਹ ਸਾਬਤ ਸੂਰਤ ਤਿਆਰ ਬਰ ਤਿਆਰ ਤੇ ਸ਼ਸਤਰ ਧਾਰੀ ਰਹਿੰਦੇ ਹਨ। ਔਰ ਜਦੋਂ ਆਨੰਦ ਕਾਰਜ ਕੀਤਾ ਜਾਂਦਾ ਹੈ ਉਦੋਂ ਪਹਿਲਾਂ ਦੱਸਿਆ ਸੀ ਉੱਥੇ ਗੁਰਮੁਖਾਂ ਨੇ ਮਹਾਂਪੁਰਖਾਂ ਨੇ 2008 ਦੇ ਵਿੱਚ ਵੱਡੀ ਸਟੇਜ ਦੇ ਉੱਤੇ ਉਥੋਂ ਦੇ ਗੁਰੂ ਕੇ ਸਿੰਘਾਂ ਦੇ ਸੰਬੰਧ ਦੇ ਵਿੱਚ ਕਿ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਕੇ ਸਾਬਤ ਸੂਰਤ ਰਹਿ ਕੇ ਤਾਂ ਹੀ ਆਨੰਦ ਕਾਰਜ ਹੁੰਦਾ। ਆਨੰਦ ਕਾਰਜ ਤੋਂ ਪਹਿਲਾਂ ਤੇ ਕੇਸਾਂ ਦੀ ਬੇਅਦਬੀ ਕੋਈ ਨਹੀਂ ਕਰਦਾ। ਤੋ ਇਹ ਸਾਧ ਸੰਗਤ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਇਹ ਮਹਿਮਾ ਹੈ, ਵਡਿਆਈ ਹੈ। ਤੋ ਗੁਰੂ ਕਾ ਖਾਲਸਾ
ਪੰਜਾਬ ਦੀ ਧਰਤੀ ਤੇ ਗੁਰੂ ਕੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਦਿਆਂ ਹੋਏ ਆ, ਕਿਉਂਕਿ ਮਹਾਂਪੁਰਖਾਂ ਦੀ ਬਰਸ਼ੀ ਸੀ। ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਸਾਹਿਬ ਜੀ ਸੋ ਜਾਪਦਾ ਹੈ ਕਿ ਗੁਰੂ ਕਾ ਖਾਲਸਾ ਉੱਥੇ ਹਾਜ਼ਰੀ ਭਰ ਕੇ ਫਿਰ ਇੱਧਰ ਦਰਸ਼ਨ ਦੀਦਾਰੇ ਕਰਨ ਵਾਸਤੇ ਆਇਆ ਹੋਵੇਗਾ। ਸੋ ਇਹ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਰੀ ਫੁਲਵਾੜੀ ਹੈ। ਗੁਰੂ ਕਾ ਹੀ ਸਾਰੇ ਪਾਸੇ ਬੋਲਬਾਲਾ ਹੈ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ, ਪ੍ਰਗਟ ਭਾਈ ਸਗਲੇ ਜੋਗੇ ਅੰਤਰ ਗੁਰ ਨਾਨਕ ਕੀ ਵਡਿਆਈ। ਸਾਰੇ ਸੰਸਾਰ ਭਰ ਵਿੱਚ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਹਿਮਾ। ਕਿਸੇ ਥਾਂ ਤੇ ਚਲੇ ਜਾਈਏ, ਕਿਸੇ ਇਲਾਕੇ ਵਿੱਚ ਚਲੇ ਜਾਈਏ, ਹਰ ਇੱਕ ਥਾਂ ਤੇ ਗੁਰੂ ਕੇ ਸਿੱਖ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਲਗੀਧਰ ਪਾਤਸ਼ਾਹ ਕਹਿੰਦੇ ਪਿਆਰੇ ਦਇਆ ਸਿੰਘ ਜੀ, ਸੋ ਤੁਸੀਂ ਕਿਸੇ ਪ੍ਰਕਾਰ ਨਾਲ ਕੋਈ ਝਿਜਕ ਨਹੀਂ ਕਰਨੀ ਹੈ, ਸਾਵਧਾਨ ਹੋਣਾ ਹੈ, ਸੁਚੇਤ ਹੋਣਾ ਹੈ। ਇਸ ਕਰਕੇ ਲੇਸ਼ ਮਾਤਰ ਵੀ ਡਰ ਨਹੀਂ ਮੰਨਣਾ। ਤੁਹਾਡੇ ਬਚਨਾਂ ਵਿੱਚ ਅਸੀਂ ਸ਼ਕਤੀ ਪਾ ਦਿੱਤੀ ਹੈ ਤੇ ਤੁਸੀਂ ਦੱਖਣ ਵਿੱਚ ਜਾਓ ਛੇਤੀ ਦੇ ਨਾਲ। ਹਾਂ, ਛੇਤੀ ਜਾ ਕਰਕੇ ਤੁਸੀਂ ਉੱਥੇ ਮਿਲਣਾ ਕਰੋ, ਔਰੰਗਜ਼ੇਬ ਬਾਦਸ਼ਾਹ ਨੂੰ ਵੇਖਣਾ ਕਰੋ। ਮਹਾਰਾਜ ਕਹਿੰਦੇ ਕਿ ਤੁਸੀਂ ਐਦੀ ਬਣ ਕੇ ਜਾਓ, ਪੰਗੇ ਦੇ ਉੱਤੇ ਸਵਾਰ ਹੋ ਕਰਕੇ ਜਾਓ ਤੇ ਤੁਸੀਂ ਜਾ ਕਰਕੇ ਇਹ ਪਲਟਾ ਲੈਣਾ ਕਰੋ। ਇਹ ਜੋ ਵਧੀਕੀਆਂ ਕੀਤੀਆਂ ਨਾ ਔਰੰਗਜ਼ੇਬ ਨੇ, ਉਹਦਾ ਜਾ ਕਰਕੇ ਤੁਸੀਂ ਇਹ ਪਲਟਾ ਲਓ ਕਿ ਜਿਸ ਵੇਲੇ ਸਾਧ ਸੰਗਤ ਜੀ ਇਹ ਸਰਕਾਰੀ ਅਹੁਦੇਗੇ ਆਉਂਦੇ ਸਨ ਨਾ, ਕੋਈ ਸਰਕਾਰੀ ਫਰਮਾਨ ਜਿਸ ਵੇਲੇ ਲੈ ਕਰਕੇ ਆਉਂਦੇ ਸਨ ਕਿਸੇ ਦੇ ਕੋਲੇ, ਤੇ ਉਹ ਪਲੰਗ ਦੇ ਉੱਤੇ ਸਵਾਰ ਹੋ ਕੇ ਆਉਂਦੇ ਸਨ ਤੇ ਉਹਨਾਂ ਨੂੰ ਵੱਖ-ਵੱਖ ਨਗਰਾਂ ਦੇ ਲੋਕ ਆਪਣੀ ਮੋਢਿਆਂ ਤੇ ਉਸ ਪਲੰਗ ਨੂੰ ਚੁੱਕ ਕੇ ਅਗਲੇ ਪਿੰਡ ਪਹੁੰਚਾਉਂਦੇ ਸੀ। ਅਗਲੇ ਪਿੰਡ ਵਾਲੇ ਅਗਲੇ ਪਿੰਡ ਪਹੁੰਚਾਇਆ ਕਰਦੇ ਸਨ। ਜਦੋਂ ਨਾਵੇਂ ਪਾਤਸ਼ਾਹ ਗਰੀਬ ਨਵਾਜ਼ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਸੀ ਨਾ ਔਰੰਗਜ਼ੇਬ ਬਾਦਸ਼ਾਹ ਨੇ, ਉਸ ਵੇਲੇ ਜਿਹੜੇ ਅਹੁਦੇਗੇ ਆਏ ਸੀ ਦਿੱਲੀ ਤੋਂ ਅਨੰਦਪੁਰ ਸਾਹਿਬ, ਉਹ ਪਲੰਗੇ ਉੱਤੇ ਚੜ੍ਹ ਕਰਕੇ ਹੀ ਆਏ ਸੀ। ਤੋ ਇਸ ਕਰਕੇ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਪਿਆਰੇ ਦਇਆ ਸਿੰਘ ਜੀ, ਤੁਸੀਂ ਐਦੀ ਬਣ ਕੇ ਜਾਣਾ ਹੈ, ਤੁਸੀਂ ਪਲੰਗ ਦੇ ਉੱਤੇ ਸਵਾਰ ਹੋ ਕਰਕੇ ਜਾਣਾ। ਇਹ ਜ਼ਾਲਮ ਤੁਰਕ ਦੇ ਕੋਲੋਂ ਪਲਟਾ ਲੈਣਾ ਹੈ, ਕਿਉਂਕਿ ਗੁਰੂ ਘਰ ਉੱਤੇ ਚੜ੍ਹਾਈ ਕਰਕੇ ਆਉਂਦਾ ਰਿਹਾ ਔਰੰਗਜ਼ੇਬ। ਇਹਨੇ ਅਹਿਦੀਏ ਭੇਜੇ ਸੀ ਉਸ ਵੇਲੇ ਪਿਤਾ ਜੀ ਨੂੰ ਬੁਲਾਉਣ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ। ਇਸੇ ਤਰ੍ਹਾਂ ਪਿਆਰੇ ਦਇਆ ਸਿੰਘ ਜੀ, ਤੁਸੀਂ ਵੀ ਪਲੰਘੇ ਉੱਤੇ ਸਵਾਰ ਹੋ ਕਰਕੇ ਜਾਓ, ਅਹਿਦੀ ਬਣ ਕੇ ਜਾਓ। ਗਰੀਬ ਨਵਾਜ਼ ਨੇ ਆਖਿਆ ਵੀ ਨਾਲ ਭਾਈ ਧਰਮ ਸਿੰਘ ਜੀ ਨੂੰ ਲੈ ਲਓ, ਜੋ ਆਗਰੇ ਦੇ ਇਹ ਵਸਣ ਵਾਲੇ ਹਨ। ਭਾਈ ਧਰਮ ਸਿੰਘ ਜੀ, ਇਸ ਭਾਈ ਧਰਮ ਸਿੰਘ ਨੂੰ ਆਪਣੇ ਨਾਲ ਲੈ ਲਵੋ ਤੇ ਦੇਰੀ ਤੋਂ ਬਿਨਾ ਛੇਤੀ ਦੇ ਨਾਲ ਆਪ ਜਾਣਾ ਕਰੀਏ। ਇਹ ਜਿਹੜਾ ਚੰਗਾ ਕਾਰਜ ਹੈ ਤੁਸੀਂ ਕਰਨਾ ਕਰੋ ਪਿਆਰੇ ਦਇਆ ਸਿੰਘ ਜੀ। ਤੇ ਨੀਲੇ ਵਸਤਰ ਧਾਰਨ ਕਰਕੇ ਸਾਰੇ ਜਾਓ ਤੁਸੀਂ। ਕਲਗੀਧਰ ਪਾਤਸ਼ਾਹ ਨੇ ਆਗਿਆ ਦਿੱਤੀ ਵੀ ਨੀਲੇ ਵਸਤਰ ਧਾਰ ਕੇ ਜਾਓ। ਗੁਰੂ ਸਾਹਿਬ ਜੀ ਦੀ ਆਗਿਆ ਪਾ ਕਰਕੇ ਪਿਆਰੇ ਦਇਆ ਸਿੰਘ ਜੀ ਨੇ ਨੀਲਾ ਚੋਲਾ ਪਹਿਨ ਲਿਆ, ਨੀਲਾ ਬਾਣਾ, ਨੀਲਾ ਦਸਤਾਰਾ ਸਜਾ ਲਿਆ, ਸਾਰਾ ਜਿਹੜਾ ਬਾਣਾ ਉਹ ਨੀਲਾ ਧਾਰਨ ਕਰ ਲਿਆ। ਇਸ ਤਰ੍ਹਾਂ ਪਿਆਰੇ ਦਇਆ ਸਿੰਘ ਜੀ ਨੇ ਤਿਆਰੀ ਕਰ ਲਈ, ਪੂਰੇ ਤਿਆਰ ਪਰ ਤਿਆਰ ਹੋ ਗਏ। ਜਿਵੇਂ ਬਚਨ ਸੁਣਾਏ ਕਲਗੀਧਰ ਪਾਤਸ਼ਾਹ ਜੀ ਨੇ ਉਸੇ ਤਰ੍ਹਾਂ ਤਿਆਰੀ ਕੀਤੀ। ਫਤਿਹ ਦੀ ਚਿੱਠੀ ਜੋ ਕਲਗੀਧਰ ਪਿਤਾ ਜੀ ਨੇ ਦੀਨੇ ਬੈਠ ਕਰਕੇ ਲਿਖਿਆ ਹੈ, ਉਹ ਜਫਰਨਾਮਾ ਲੈ ਲਿਆ ਮਹਾਰਾਜ ਸਾਹਿਬ ਜੀ ਦੇ ਪਾਸੋਂ। ਬੜੇ ਸਤਿਕਾਰ ਦੇ ਨਾਲ ਸੀਸ ਉੱਤੇ ਰੱਖਿਆ ਹੈ, ਆਦਰ ਦੇ ਨਾਲ ਸਿਰ ਦੇ ਨਾਲ ਬੰਨਣਾ ਕੀਤਾ, ਭਾਵ ਸੀਸ ਦੇ ਉੱਤੇ ਲਾਇਆ ਹੈ, ਫਿਰ ਆਪਣੇ ਪਾਸ ਰੱਖ ਲਿਆ। ਤਾਂ ਪ੍ਰੇਮ ਦੇ ਨਾਲ ਬੰਦਨਾ ਕੀਤੀ ਹੈ। ਦੋਵੇਂ ਹੱਥ ਜੋੜ ਕੇ ਕਲਗੀਧਰ ਪਿਤਾ ਜੀ ਨੂੰ ਨਮਸਕਾਰ ਕੀਤੀ। ਇਸੇ ਤਰ੍ਹਾਂ ਭਾਈ ਧਰਮ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਦੋਵੇਂ ਗੁਰੂ ਕੇ ਸਿੰਘ ਫਿਰ ਇੱਥੋਂ ਰੁਖਸਤ ਹੋਏ, ਚੱਲ ਪਏ ਦੀਨੇ ਤੋਂ। ਗੁਰੂ ਸਾਹਿਬ ਜੀ ਦਾ ਕਾਰਜ ਕਰਨ ਵਾਸਤੇ ਚੱਲੇ।
ਜਿਹੜਾ ਕਾਰਜ ਗੁਰੂ ਕਾ ਹੈ, ਗੁਰੂ ਸਾਹਿਬ ਜੀ ਨੇ ਆਗਿਆ ਕੀਤੀ ਹੈ ਕਿ ਗੁਰੂ ਕੇ ਸਿੰਘੋ ਇਹ ਤੁਸੀਂ ਕਾਰਜ ਕਰਨਾ ਹੈ। ਗੁਰੂ ਸਾਹਿਬ ਜੀ ਦਾ ਕਾਰਜ ਕਰਨ ਵਾਸਤੇ ਚੱਲੇ। ਬਹੁਤ ਪ੍ਰਸੰਨਤਾ ਦੇ ਨਾਲ, ਖੁਸ਼ੀ ਦੇ ਨਾਲ ਚੱਲੇ ਹਨ ਦੋਵੇਂ ਗੁਰੂ ਕੇ ਸਿੰਘ, ਪਿਆਰੇ ਦਇਆ ਸਿੰਘ ਜੀ, ਗੁਰੂ ਕੇ ਪਿਆਰੇ ਭਾਈ ਧਰਮ ਸਿੰਘ ਜੀ। ਖੁਸ਼ੀ ਹੈ, ਪ੍ਰਸੰਨਤਾ ਹੈ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਨਾ, ਸਾਥ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਜਿਹੜੇ ਚਾਅ ਨਾਲ, ਖੁਸ਼ੀ ਨਾਲ ਕਾਰਜ ਕੀਤਾ ਜਾਵੇ ਉਹਦਾ ਬਹੁਤਾ ਗੁਰੂ ਕੀ ਰਹਿਮਤ ਪ੍ਰਾਪਤ ਹੁੰਦੀ ਹੈ। ਤਾਂ ਇਸ ਕਰਕੇ ਪ੍ਰਸੰਨ ਹੋ ਕਰਕੇ ਜਿਨ੍ਹਾਂ ਨੇ ਸਾਰਾ ਜੀਵਨ ਹੀ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ, ਹਰੇਕ ਸੇਵਾ ਖੁਸ਼ੀ ਨਾਲ ਹੀ ਕੀਤੀ ਹੈ। ਜਿਨ੍ਹਾਂ ਨੇ ਆਪਣੇ ਸਿਰ ਹੀ ਖੁਸ਼ੀ ਨਾਲ ਭੇਟ ਕਰ ਦਿੱਤੇ ਸੀ, ਉਹਨਾਂ ਨੇ ਹੋਰ ਸਾਧ ਸੰਗਤ ਜੀ ਫਿਰ ਪਿੱਛੇ ਕੀ ਰਹਿ ਜਾਂਦਾ। ਆਪਣੇ ਸੀਸ ਮਹਾਰਾਜ ਨੂੰ ਭੇਟ ਕੀਤੇ ਸੀ, ਖਾਲਸੇ ਸਜੇ ਸੰਗਤ। ਇਸ ਕਰਕੇ ਆਪਣਾ ਤਨ ਮਨ ਧਨ ਹੀ ਗੁਰੂ ਸਾਹਿਬ ਨੂੰ ਸੌਂਪਿਆ ਹੋਇਆ ਹੈ। ਖੁਸ਼ੀ ਦੇ ਨਾਲ, ਪ੍ਰਸੰਨਤਾ ਦੇ ਨਾਲ ਚੱਲ ਪਏ। ਦਇਆ ਸਿੰਘ ਜਨ ਮੰਚ ਪਰ, ਪਿਆਰੇ ਦਇਆ ਸਿੰਘ ਜੀ ਗੁਰੂ ਕੀ ਆਗਿਆ ਦੇ ਨਾਲ, ਜਿਵੇਂ ਮਹਾਰਾਜ ਨੇ ਆਗਿਆ ਕੀਤੀ ਕਿ ਤੁਸੀਂ ਪਲੰਘੇ ਤੇ ਬਹਿ ਕੇ ਜਾਣਾ ਮੰਜੇ ਦੇ ਉੱਤੇ, ਤੇ ਉਹ ਪਲੰਘੇ ਦੇ ਉੱਤੇ ਚੜ੍ਹ ਕੇ ਬੈਠ ਗਏ। ਆਸਨ ਕਰ ਬੈਸੇ, ਆਸਨ ਲਾ ਕਰਕੇ ਬੈਠੇ ਹਨ। ਹਾਜੀ ਕਾਬੇ ਕੋ ਮਨੋ, ਜਾਣੋ ਕਿ ਜਿਵੇਂ ਕਾਬੇ ਦਾ ਕੋਈ ਹੱਜ ਕਰਕੇ ਹਾਜੀ ਆਇਆ ਹੋਵੇ। ਜਿਵੇਂ ਮੱਕੇ ਦੇ ਵਿੱਚ ਇਸਲਾਮ ਦਾ ਪਵਿੱਤਰ ਮੰਦਿਰ ਕਾਬਾ ਹੈ, ਉਸ ਕਾਬੇ ਦਾ ਕੋਈ ਹਾਜੀ ਹੱਜ ਕਰਕੇ ਆਇਆ ਹੋਵੇ। ਅਸੀਂ ਯਾਤਰਾ ਕਹਿ ਦਿੰਦੇ ਹਾਂ, ਉਹ ਹੱਜ ਕਹਿੰਦੇ। ਅਸੀਂ ਯਾਤਰਾ ਕਰਨ ਵਾਲੇ ਨੂੰ ਯਾਤਰੂ ਕਹਿ ਦਿੰਦੇ ਹਾਂ, ਉਹ ਹਾਜੀ ਕਹਿ ਦਿੰਦੇ। ਹੱਜ, ਯਾਤਰਾ, ਹਾਜੀ, ਯਾਤਰੂ। ਤਾਂ ਜਿਵੇਂ ਕੋਈ ਕਹਿੰਦੇ ਮੱਕੇ ਦਾ ਹੱਜ ਕਰਕੇ ਹਾਜੀ ਆਇਆ ਹੋਵੇ, ਇਸ ਤਰ੍ਹਾਂ ਪਿਆਰੇ ਦਇਆ ਸਿੰਘ ਜੀ ਨੇ ਆਪਣਾ ਲਿਬਾਸ ਧਾਰਨ ਕੀਤਾ ਹੈ। ਤਾਂ ਜਾਂ ਜਿਵੇਂ ਕੋਈ ਜੋ ਬਾਦਸ਼ਾਹ ਦੇ ਉਹ ਪ੍ਰਵਾਨ ਲੈ ਕਰਕੇ ਆਉਣ ਵਾਲੇ ਐਦੀ ਹੁੰਦੇ, ਇਸ ਤਰ੍ਹਾਂ ਮਹਾਰਾਜ ਸਾਹਿਬ ਦੇ ਪਿਆਰੇ ਦਇਆ ਸਿੰਘ ਜੀ ਉਸ ਪਲੰਘੇ ਤੇ ਬੈਠ ਗਏ। ਤਾਂ ਉਸ ਨਗਰ ਦੇ ਵਿੱਚੋਂ ਕੁਝ ਆਦਮੀ ਕੱਢ ਲਏ ਕਿ ਤੁਸੀਂ ਭਾਈ ਇਹ ਸੇਵਾ ਕਰਨੀ ਹੈ, ਮੰਜਾ ਚੁੱਕਣ ਵਾਲੇ। ਤਾਂ ਇਹ ਪਲੰਘ ਜਿਹੜਾ ਹੈ, ਮੰਜਾ ਹੈ, ਜਿਹਦੇ ਤੇ ਪਿਆਰੇ ਦਇਆ ਸਿੰਘ ਜੀ ਬੈਠੇ ਨੀਲੇ ਵਸਤਰ ਪਹਿਨ ਕੇ। ਜਾਣੋ ਕਿ ਜਿਵੇਂ ਇਹ ਕਾਬੇ ਦੇ ਹਾਜੀ ਹੋਣ ਜਾਂ ਐਦੀ ਹੋਣ, ਤਾਂ ਉਹ ਨਗਰ ਵਾਲਿਆਂ ਨੇ ਫਿਰ ਉਹ ਪਲੰਘਾ ਆਪਣੇ ਮੋਢਿਆਂ ਤੇ ਚੁੱਕ ਲਿਆ ਹੈ। ਤੇ ਨਾਲ ਹੀ ਰਸਤੇ ਦੇ ਵਿੱਚ ਪਿਆਰੇ ਧਰਮ ਸਿੰਘ ਜੀ ਚੱਲ ਪਏ, ਰਸਤੇ ਦੇ ਉੱਤੇ ਤੁਰ ਪਏ ਹਨ। ਵੱਖ-ਵੱਖ ਪਿੰਡਾਂ ਦੇ ਵਿੱਚ, ਵੱਖ-ਵੱਖ ਨਗਰਾਂ ਦੇ ਥਾਣੀ ਜਾ ਰਹੇ ਹਨ। ਤੇ ਜਿਹੜੇ ਨਗਰ ਤੇ ਪਿੰਡ ਦੇ ਵਿੱਚ ਜਾ ਕੇ ਠਹਿਰਦੇ ਆ, ਉੱਥੋਂ ਪਿਛਲੇ ਨਗਰ ਵਾਲੇ ਆਦਮੀਆਂ ਨੂੰ ਉੱਥੋਂ ਛੁੱਟੀ ਦੇ ਦਿੰਦੇ ਆ ਕਿ ਤੁਸੀਂ ਹੁਣ ਚਲੇ ਜਾਓ ਇੱਥੋਂ, ਤੇ ਪਲੰਘਾ ਲਿਆਉਣ ਦੀ ਸੇਵਾ ਤੁਸੀਂ ਕੀਤੀ। ਉਸ ਨਗਰ ਦੇ ਹੋਰ 4 ਜਾਣੇ ਕੱਢ ਲਏ ਜਾਂਦੇ, ਉਹਨਾਂ ਨੂੰ ਅਗਲੇ ਪਿੰਡ ਦੀ ਇੱਕ ਸੇਵਾ ਲਈ ਜਾਂਦੀ ਆ, ਉਹਨਾਂ ਨੂੰ ਅਗਲੇ ਪਿੰਡ 'ਚੋਂ ਵਾਪਸ ਭੇਜ ਦਿੱਤਾ ਜਾਂਦਾ, ਉੱਥੋਂ ਫਿਰ ਹੋਰ ਲੈ ਲਏ ਜਾਂਦੇ। ਇਸ ਤਰੀਕੇ ਦੇ ਨਾਲ ਗ੍ਰਾਮ ਦੇ ਵਿੱਚੋਂ, ਨਗਰਾਂ ਵਿੱਚੋਂ ਆਦਮੀ ਕੱਢ ਲੈ ਜਾਂਦੇ ਇਸ ਸੇਵਾ ਵਾਸਤੇ। ਇਸ ਤਰ੍ਹਾਂ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਨੂੰ ਮਾਰਨ ਦੇ ਵਾਸਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੇਜੇ ਹੋਏ 2 ਸਿੰਘ ਜਾ ਰਹੇ ਆ, ਪਿਆਰੇ ਦਇਆ ਸਿੰਘ ਤੇ ਧਰਮ ਸਿੰਘ ਜੀ। ਸਭ ਤੋਂ ਪਹਿਲਾਂ ਦੀਨੇ ਤੋਂ ਚਲਦਿਆਂ ਵੱਖ-ਵੱਖ ਪਿੰਡਾਂ ਥਾਣੀ, ਵੱਡੇ ਛੋਟੇ ਨਗਰਾਂ ਥਾਣੀ ਹੁੰਦਿਆਂ ਹੋਇਆਂ ਦਿੱਲੀ ਸ਼ਹਿਰ ਵਿੱਚ ਪਹੁੰਚ ਗਏ। ਦਿੱਲੀ ਸ਼ਹਿਰ ਦੇ ਵਿੱਚ ਜਿੱਥੇ ਧਰਮਸ਼ਾਲਾ ਹੈ, ਉੱਥੇ ਧਰਮਸ਼ਾਲਾ ਵਿੱਚ ਉਤਾਰਾ ਕੀਤਾ ਹੈ। ਸਾਰੀ ਗੁਰੂ ਕੀ ਸੰਗਤ ਆ ਗਈ ਉਸ ਥਾਂ ਦੇ ਉੱਤੇ, ਜਿਨ੍ਹਾਂ ਨੇ ਬਹੁਤ ਸ੍ਰੇਸ਼ਟ ਭਾਵਨਾ ਗੁਰੂ ਕੀ ਸੰਗਤ ਨੇ ਧਾਰਨ ਕੀਤੀ। ਚਾਅ ਚੜ ਕੇ ਆਏ, ਗੁਰੂ ਕੇ ਸਿੰਘ ਆਏ।
तो चाह चढ़ गया, उत्साह हो गया। ਦਰਸ਼ਨ ਕਰ ਕਰ ਆਨੰਦ ਧਾਰ ਦਿੱਲੀ ਦੀ ਸੰਗਤ ਨੇ ਸਿੰਘਾਂ ਦੇ ਦਰਸ਼ਨ ਕਰ ਕਰਕੇ ਆਨੰਦ ਧਾਰਨ ਕੀਤਾ ਹੈ। ਸਭ ਸੇਵਕ ਮਾਈ ਸਭ ਪ੍ਰਕਾਰ ਦੀ ਸੇਵਾ ਕਮਾਈ ਸੰਗਤ ਨੇ। ਕਹਿਓ ਖਰਚ ਇੱਕ ਪੰਥ ਕੇ ਉਸ ਵੇਲੇ ਰਸਤੇ ਦੇ ਵਾਸਤੇ ਜਿਹੜਾ ਖਰਚਾ ਚਾਹੀਦਾ ਸੀ, ਭਾਨ ਦੇ ਸਮੁਦਾਇ ਉਹ ਸੰਗਤ ਨੇ ਬਿਨਾਂ ਮੰਗਿਆ ਹੀ ਬਹੁਤਾ ਧਨ ਦੇ ਦਿੱਤਾ। ਪਿਆਰੇ ਦਇਆ ਸਿੰਘ ਜੀ ਜਿਸ ਪੰਗੇ ਤੇ ਬੈਠੇ ਸੀ, ਸੰਗਤ ਨੇ ਨਮਸਕਾਰਾਂ ਕਰ ਕਰਕੇ ਬੇਅੰਤ ਮਾਇਆ ਰੱਖ ਦਿੱਤੀ ਕਿ ਇਹ ਪੰਜਾਂ ਪਿਆਰਿਆਂ ਦੇ ਜਥੇਦਾਰ ਸਾਹਿਬ ਆਏ ਆ, ਗੁਰੂ ਸਾਹਿਬ ਜੀ। ਪਿਆਰੇ ਦਇਆ ਸਿੰਘ ਜੀ ਆਏ, ਗੁਰੂ ਕਾ ਖਾਲਸਾ ਆਇਆ, ਤੇ ਰਸਤੇ ਦਾ ਜਿੰਨਾ ਖਰਚਾ ਸੀ ਨਾ ਦੱਸਿਆ ਪਿਆਰੇ ਦਇਆ ਸਿੰਘ ਜੀ ਨੇ ਵੀ ਮਹਾਰਾਜ ਨੇ ਆ ਜਫਰਨਾਮਾ ਲਿਖ ਕੇ ਭੇਜਿਆ, ਦੱਖਣ ਵਿੱਚ ਜਾ ਰਹੇ ਆ ਲੈ ਕੇ, ਤੇ ਇਹ ਮਹਾਰਾਜ ਸਾਹਿਬ ਜੀ ਦਾ ਜਫਰਨਾਮਾ ਪੜ੍ਹ ਕੇ ਔਰੰਗਜ਼ੇਬ ਨੇ ਮਰਨਾ, ਇਹ ਪੜ੍ਹ ਕੇ ਮਰੇਗਾ, ਉਹਦਾ ਖਾਤਮਾ ਹੋਵੇਗਾ। ਤਾਂ ਇਸ ਕਰਕੇ ਜਦੋਂ ਸੰਗਤ ਨਾਲ ਬਚਨ ਵਿਲਾਸ ਹੋਏ ਤੇ ਸੰਗਤ ਨੇ ਆਖਿਆ ਜੀ ਰਾਹ ਦਾ ਜਿੰਨਾ ਖਰਚਾ ਅਸੀਂ ਦੇਣੇ, ਉਹ ਸਾਰੀ ਮਾਇਆ ਸੰਗਤ ਨੇ ਦੇ ਦਿੱਤੀ। ਬਸੇ ਰਾਤ ਸੁਖ ਸੋਨਾ ਤਾਂ ਰਾਤ ਦਾ ਜਿਹੜਾ ਰਹਿਣ ਬਸੇਰਾ ਹੈ ਦਿੱਲੀ ਦੀ ਧਰਮਸ਼ਾਲਾ ਵਿੱਚ ਹੀ ਕੀਤਾ। ਕਰ ਖਾਨ ਜੋ ਪਾਨਾ ਪ੍ਰਸ਼ਾਦਾ ਪਾਣੀ ਉੱਥੇ ਹੀ ਛਕਿਆ, ਸੁੱਖ ਨਾਲ ਰਾਤ ਵਿਸਰਾਮ ਕੀਤਾ। ਸੋ ਇਸ਼ਨਾਨ ਪ੍ਰਾਪਤ ਕੋ ਤੇ ਅੰਮ੍ਰਿਤ ਵੇਲੇ ਫਿਰ ਸਰੀਰ ਦੀ ਕਿਰਿਆ ਕੀਤੀ ਹੈ, ਸੋਚਾਚਾਰ ਕੀਤਾ, ਦਾਤਨ ਕੀਤੇ। ਇਸੇ ਤਰ੍ਹਾਂ ਫਿਰ ਇਸ਼ਨਾਨ ਕੀਤਾ ਹੈ ਅੰਮ੍ਰਿਤ ਵੇਲੇ। ਕਿ ਪੰਥ ਪਿਆਨਾ ਤੇ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਕੇ, ਗੁਰਬਾਣੀਆਂ ਦਾ ਪਾਠ ਪਠਨ ਕਰਕੇ ਤੇ ਫਿਰ ਅੱਗੇ ਰਸਤੇ ਦੇ ਉੱਤੇ ਜਾਣਾ ਕੀਤਾ। ਕਰਮ ਵਿਦਾ ਸੰਗਤ ਗਈ ਤੇ ਸੰਗਤ ਨਾਲ ਤੁਰੇ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ ਨਾਲ ਪਲੰਗੇ ਦੇ ਗਈ ਦੂਰ ਤੀਕ ਵਿਦਾ ਕਰਨ ਵਾਸਤੇ। ਹੱਥ ਕਰ ਬਨ ਆਈ ਫਿਰ ਵਾਪਸ ਭੇਜਿਆ ਸੰਗਤ ਨੂੰ। ਫਿਰ ਸੰਗਤ ਦਿੱਲੀ ਦੀ ਹਟ ਕੇ ਪਿੱਛੇ ਮੁੜੀ ਹੈ। ਜਥਾ ਕਰਮ ਮਗ ਮੰਗਲ ਤੇ ਤਾਂ ਇਸ ਤਰ੍ਹਾਂ ਜਥਾ ਕਰਮ ਵੀ ਰਸਤਾ ਦਾ ਜਿਹੜਾ ਸੀ ਉਹ ਹੌਲੀ ਹੌਲੀ ਸਾਰਾ ਪੰਧ ਜਿਹੜਾ ਸੀ ਉਹ ਉਲੰਘਦੇ ਹੋਏ ਨਿਤ ਸਿੰਘ ਸਿਧਾਈ ਨੀਤਾ ਪ੍ਰਤੀ ਗੁਰੂ ਕਾ ਸਿੰਘ ਪਿਆਰੇ ਦਇਆ ਸਿੰਘ ਜੀ ਉਹ ਜਾ ਰਹੇ ਹਨ। ਜਿੰਨਾ ਵੀ ਰਸਤਾ ਹੈ ਹੌਲੀ ਹੌਲੀ ਉਹ ਸਾਰਾ ਤੈਅ ਕਰਦੇ ਹੋਏ ਰੋਜ਼ ਸ਼ਾਮ ਨੂੰ ਜਿੱਥੇ ਰਾਤ ਪੈਂਦੀ ਉੱਥੇ ਰਹਿਣ ਬਸੇਰਾ ਕਰਦੇ, ਜਿਹਨੇ ਫੇਰ ਚੱਲ ਪੈਂਦੇ। ਨਗਰ ਆਗਰੇ ਤਲ ਪਿਆ ਇਸ ਤਰ੍ਹਾਂ ਦਿੱਲੀ ਤੋਂ ਅੱਗੇ ਆਗਰੇ ਦੇ ਵਿੱਚ ਵੀ ਉਤਾਰਾ ਕੀਤਾ। ਉਨ ਸੰਗਤ ਨਾਹੀ ਹਾਲੇ ਜਿਹੜੀ ਆਗਰੇ ਦੀ ਸੰਗਤ ਹੈ ਉਹਨਾਂ ਨੇ ਵੀ ਆ ਕੇ ਦਰਸ਼ਨ ਕੀਤੇ। ਪੂਜਨ ਦਰਸ਼ਨ ਕੋ ਕਰਹਿ ਆਗਰੇ ਦੀ ਸੰਗਤ ਨੇ ਪਿਆਰੇ ਦਇਆ ਸਿੰਘ, ਭਾਈ ਧਰਮ ਸਿੰਘ ਤਿੰਨਾਂ ਦੇ ਦਰਸ਼ਨ ਕੀਤੇ ਤੇ ਪੂਜਾ ਕੀਤੀ, ਸਤਿਕਾਰ ਕੀਤਾ ਗੁਰੂ ਕੇ ਸਿੰਘਾਂ ਦਾ। ਜਿਨ ਗੁਰੂ ਲਖਾਈ ਕਹਿੰਦੇ ਵੀ ਸੰਗਤ ਇਸ ਤਰ੍ਹਾਂ ਸੇਵਾ ਕਰ ਰਹੀ ਹੈ ਗੁਰੂ ਜਾਣ ਕੇ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਦਰਸ਼ਨ ਹੋ ਗਏ, ਇਸ ਤਰ੍ਹਾਂ ਦੇ ਭਾਵਨਾ ਹੈ ਗੁਰੂ ਕੀ ਸੰਗਤ, ਇਸ ਤਰ੍ਹਾਂ ਦੀ ਭਾਵਨਾ, ਕਿਉਂਕਿ ਭਾਵਨਾ ਦੇ ਉੱਤੇ ਸਭ ਕੁਝ ਹੈ। ਸਾਧ ਸੰਗਤ ਜੀ ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮੇਸ਼ਰ ਵੀ ਭਾਵਨਾ ਦਾ ਭੁੱਖਾ ਹੈ ਤੇ ਭਾਵਨਾ ਨਾਲ ਹੀ ਸਭ ਕੁਝ ਮਿਲਦਾ ਹੈ। ਸਤਿਗੁਰ ਸਦਾ ਦਇਆਲ ਹੈ, ਭਾਈ ਬਿਨ ਭਾਗਾਂ ਕਿਆ ਪਾਈਐ, ਏਕ ਨਜ਼ਰ ਕਰ ਵੇਖੈ ਸਭ ਉਪਰ ਜਿਹਾ ਭਾਵੋ ਤੇਹਾ ਫਲ ਪਾਈਐ। ਜਿਹੋ ਜੀ ਭਾਵਨਾ ਹੈ ਨਾ ਉਹੋ ਜਿਹਾ ਫਲ ਮਿਲਦਾ ਹੈ। ਗੁਰੂ ਕੇ ਸਿੰਘਾਂ ਉੱਤੇ ਵੀ ਭਾਵਨਾ ਰੱਖੀਏ ਤੇ ਸਿੰਘਾਂ ਦੇ ਵੀ ਦਰਸ਼ਨਾਂ ਦਾ ਮਹਾਰਾਜ ਨੇ ਆਖਿਆ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਤੇ ਮੇਰਾ ਖਾਸ ਰੂਪ ਹੈ ਖਾਲਸਾ, ਖਾਲਸੇ ਵਿੱਚ ਮੇਰਾ ਆਪਣਾ ਵਾਸਾ। ਤੋ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਦੇ ਸੰਗਤ ਦਰਸ਼ਨ ਕਰ ਰਹੀ, ਜਿਵੇਂ ਗੁਰੂ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੋ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦੀ ਤਰ੍ਹਾਂ ਸੰਗਤ ਜਾਣਦੀ ਹੈ। ਚੱਲੇ ਸਿੰਘ ਅੱਗੇ ਬਹੁਤ ਗੁਰੂ ਕੇ ਸਿੰਘ ਫਿਰ ਅੱਗੇ ਚੱਲ ਪਏ ਆਗਰੇ ਤੋਂ। ਹੋਏ ਚੰਬਲ ਪਾਰਾ ਅੱਗੇ ਚੰਬਲ ਨਾਮ ਦੀ ਨਦੀ ਆਈ ਹੈ, ਉਹ ਚੰਬਲ ਨਦੀ ਤੋਂ ਪਾਰ ਹੋਏ ਹਨ। ਨਰਵਰ ਕਾਲੇ ਬਾਗ ਕੋ ਫਿਰ ਗਵਾਲੀਅਰ ਤੋਂ ਪਰੇ ਦਾ ਜਿਹੜਾ ਇੱਕ ਨਗਰ ਹੈ, ਕਹਿੰਦੇ ਕਾਲੇ ਬਾਗ ਤੋਂ, ਉਥੋਂ ਫਿਰ ਅੱਗੇ ਲੰਘਣਾ ਕੀਤਾ ਹੈ। ਕਰ ਮਜਲ ਸਿਧਾਰਾ ਤੇ 12 ਕੋਹ ਨੂੰ ਮੰਜ਼ਿਲ ਕਹਿੰਦੇ ਹਨ।
ਇਹ ਮੰਜ਼ਲ ਕਰਕੇ ਫਿਰ ਅੱਗੇ ਗੁਰੂ ਕੇ ਸਿੰਘ ਚੱਲ ਪਏ। ਸ਼ਹਿਰ ਸਰੋਜ ਉਜੈਨ ਕੋ ਇਸੇ ਤਰ੍ਹਾਂ ਅੱਗੇ ਸ਼ਹਿਰ ਆਇਆ, ਸਰੋਜ ਨਾਮ ਦਾ ਸ਼ਹਿਰ ਆਇਆ, ਉਜੈਨ ਨਾਮ ਦਾ ਸ਼ਹਿਰ ਆਇਆ ਹੈ। ਸਤ ਸੰਗਤ ਮੇਲਾ ਉੱਥੇ ਵੀ ਸੰਗਤ ਦੇ ਨਾਲ ਮੇਲ ਮਿਲਾਪ ਕਰਦੇ ਹੋਏ ਦੇਸ਼ ਮਾਲਵਾ ਸਹਿਲ ਕਰ ਤੇ ਉਸ ਮਾਲਵੇ ਦੇਸ਼ ਦੀ ਵੀ ਸੈਰ ਕੀਤੀ ਹੈ, ਭਾਵ ਉਹਦੇ ਥਾਣੀ ਲੰਘਣਾ ਕੀਤਾ। ਜਿਵੇਂ ਸਾਧ ਸੰਗਤ ਜੀ ਇਹ ਮਾਲਵਾ ਹੈ ਨਾ, ਇੱਧਰ ਪੈ ਜਾਂਦਾ ਜਿੱਥੇ ਦੀਨੇ ਕਾਂਗੜ ਸਤਿਗੁਰੂ ਜੀ ਠਹਿਰੇ ਹੋਏ, ਇਹਨੂੰ ਵੀ ਮਾਲਵਾ ਆਖਿਆ ਮਹਾਰਾਜ ਨੇ, ਗੁਰੂ ਕਾ ਮਾਲਵਾ। ਇਸੇ ਤਰ੍ਹਾਂ ਉਧਰਲੇ ਇਲਾਕੇ ਨੂੰ ਵੀ ਮਾਲਵਾ ਆਖਿਆ ਇੱਥੇ ਇਤਿਹਾਸ ਦੇ ਵਿੱਚ। ਜਦੋਂ ਉਜੈਨ ਦੇ ਇਲਾਕੇ ਦੇ ਵਿੱਚ ਗਏ ਹਨ ਪਿਆਰੇ ਦਇਆ ਸਿੰਘ ਜੀ, ਤਾਂ ਕਹਿੰਦੇ ਕਿ ਦੇਸ਼ ਮਾਲਵਾ, ਇਹ ਉਧਰਲਾ ਮਾਲਵਾ ਹੈ। ਫਿਰ ਦੇਸ਼ ਜਿਹੜਾ ਮਾਲਵਾ ਆ ਉਹਦੇ ਵਿੱਚ ਦੀ ਸੈਰ ਕੀਤੀ ਹੈ। ਚਲ ਸਿੰਘ ਸੁਹੇਲਾ ਇਹ ਸੁਹੇਲਾ ਗੁਰੂ ਕਾ ਸਿੰਘ, ਸੁਖੀ ਗੁਰੂ ਕਾ ਸਿੰਘ ਚੱਲਦੇ ਜਾ ਰਹੇ ਹਨ। ਸੁਹੇਲਾ ਕਹੀਏ ਸੌਖੇ ਹੀ ਜਾ ਰਹੇ ਹਨ, ਸਾਰਾ ਪੰਧ ਮੁਕਾਉਂਦੇ ਹੋਏ। ਨਦੀ ਨਰਮਦਾ ਪਾਰ ਗਾ ਅਗਲੇ ਪਾਸੇ ਫਿਰ ਨਰਮਦਾ ਨਾਮ ਦੀ ਨਦੀ ਆਈ ਹੈ ਤੇ ਉਹਦੇ ਤੋਂ ਵੀ ਪਾਰ ਹੋਣਾ ਕੀਤਾ ਹੈ। ਉਹ ਨਰਮਦਾ ਨਦੀ ਜੀ ਦੇ ਕੰਢੇ ਦੇ ਉੱਤੇ ਗੁਰਦੁਆਰਾ ਚਾਦਰ ਸਾਹਿਬ ਵੀ ਸ਼ੋਭਾ ਪਾਉਂਦਾ। ਸੋ ਇਸੇ ਤਰ੍ਹਾਂ ਉਹ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਉਸ ਸਥਾਨ ਦੀ ਸੇਵਾ ਕਰਵਾਈ ਹੈ। ਸ੍ਰੀਹਾਲੀ ਵਾਲੇ ਸੰਪਰਦਾ ਸੰਤ ਬਾਬਾ ਲੱਖਾ ਸਿੰਘ ਜੀ ਕੋਟਾ ਬੂੰਦੀ ਵਾਲੇ, ਉਹਨਾਂ ਨੇ ਉਸ ਸਥਾਨ ਦੀ ਸੇਵਾ ਕਰਵਾਈ ਹੈ। ਨਦੀ ਦੇ ਕੰਢੇ ਦੇ ਉੱਤੇ ਇੱਕ ਸਥਾਨ ਥੋੜਾ ਜਿਹਾ ਬਾਹਰ ਹੈ, ਜਿੱਥੇ ਗੱਡੀਆਂ ਖਲੋਂਦੀਆਂ ਜਾ ਕੇ, ਤੇ ਚਾਦਰ ਸਾਹਿਬ ਉਸ ਸਥਾਨ ਦਾ ਨਾਮ। ਉੱਥੇ ਦਰਸ਼ਨ ਦੀਦਾਰ ਕਰਦੇ ਆ। ਉੱਥੇ ਇਤਿਹਾਸ ਪੜ੍ਹਿਆ ਸੀ, ਲਿਖਿਆ ਸੀ ਕਿ ਸ਼ਾਮ ਪੈ ਗਈ ਜਦੋਂ ਧੰਨ ਗੁਰੂ ਨਾਨਕ ਸਾਹਿਬ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇ ਸਮੇਤ ਉਸ ਨਦੀ ਦੇ ਕੰਢੇ ਤੇ ਪਹੁੰਚੇ ਸਨ। ਤੇ ਉਸ ਵੇਲੇ ਉਹ ਬੇੜੀ ਵਾਲੇ ਨੇ ਫਿਰ ਬੇੜੀ ਨਹੀਂ ਸੀ ਤੋਰੀ ਵੀ ਹੁਣ ਤੇ ਸਮਾਂ ਲੰਘ ਗਿਆ, ਹੁਣ ਤਾਂ ਰਾਤ ਦਾ ਸਮਾਂ ਹੋ ਗਿਆ, ਹੁਣ ਤਾਂ ਬੰਦ ਹੋ ਗਈਆਂ ਬੇੜੀਆਂ। ਤੇ ਮਹਾਰਾਜ ਨੇ ਫਿਰ ਚਾਦਰ ਹੀ ਪਾਈ ਸੀ ਉੱਥੇ ਨਰਮਦਾ ਦੇ ਉੱਤੇ, ਤੇ ਆਖਿਆ ਬੈਠੋ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ। ਉਹ ਚਾਦਰ ਹੀ ਗਰੀਬ ਨਵਾਜ਼ ਸਾਹਿਬ ਜੀ ਨੇ ਨਰਮਦਾ ਤੋਂ ਪਾਰ ਚਾਦਰ ਦੇ ਉੱਤੇ ਬਹਿ ਕੇ ਉਹੀ ਮਹਾਰਾਜ ਸਾਹਿਬ ਦਾ ਅਗਨ ਬੋਰਡ ਕਰਦਾ ਗਿਆ ਦੂਜੇ ਬੰਨੇ। ਤੋਂ ਉੱਥੋਂ ਨਦੀ ਪਾਰ ਕੀਤੀ, ਉੱਥੇ ਗੁਰਦੁਆਰਾ ਚਾਦਰ ਸਾਹਿਬ ਸ਼ੋਭਾ ਪਾਉਂਦਾ, ਉਹ ਨਰਮਦਾ ਨਦੀ ਦੇ ਕੰਢੇ ਦੇ ਉੱਤੇ ਹੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀਆਂ ਮੌਜਾਂ ਜੋ ਕਰਨ ਸਭ ਮਹਾਰਾਜ ਸਰਬ ਕਲਾ ਸਮਰੱਥ। ਜਿਵੇਂ ਇੱਥੇ ਮਹਾਰਾਜ ਸਾਹਿਬ ਜੀ ਨੇ ਦਾਤਨ ਕਰਕੇ ਗੱਡੀ ਤੇ ਗੁਰਦੁਆਰਾ ਬੇਰ ਸਾਹਿਬ ਸ਼ੋਭਾ ਪਾਉਂਦਾ, ਇਹ ਦਾਤਨ ਕਰਕੇ ਮਹਾਰਾਜ ਨੇ ਲਾਈ। ਆਪਣ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਮ ਨੇ ਆਣ ਕਰੀ, ਗਾੜ ਦਈ ਧਰ ਹੋਤ ਭਇਓ ਤਰ ਹੈ ਅਬਲੋ ਬਰ ਸੋ ਬਦਰੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਿੰਘ ਨਰਮਦਾ ਨਦੀ ਤੋਂ ਪਾਰ ਚਲੇ ਗਏ। ਤੈਨ ਬਸ ਕਰ ਆਰੇ ਨਦੀ ਨਰਮਦਾ ਪਾਰ ਗਾ ਗੜ ਸ਼ੇਰ ਸਧਾਇਓ। ਫਿਰ ਸ਼ੇਰਗੜ੍ਹ ਦਾ ਇਲਾਕਾ ਆਇਆ, ਉਧਰ ਦੀ ਲੰਘੇ ਹਨ। ਔਰ ਬੁਰਹਾਨ ਪਹੁੰਚ ਕੇ ਫਿਰ ਅੱਗੇ ਬੁਰਹਾਨ ਸ਼ਹਿਰ ਆਇਆ। ਬੁਰਹਾਨ ਨਗਰ ਦੇ ਵਿੱਚ ਪਹੁੰਚ ਕਰਕੇ ਸੰਗਤ ਦਰਸਾਇਓ ਇੱਥੇ ਸੰਗਤ ਦੇ ਦਰਸ਼ਨ ਕੀਤੇ ਹਨ। ਇਹ ਜੋ ਬੁਰਹਾਨ ਸ਼ਹਿਰ ਸਾਧ ਸੰਗਤ ਜੀ ਨਗਰ ਹੈ, ਇੱਥੇ ਗੁਰਦੁਆਰਾ ਸਾਹਿਬ ਸ਼ੋਭਾ ਪਾਉਂਦਾ ਹੈ। ਬੜੀ ਸੰਗਤ ਗੁਰਦੁਆਰਾ ਸਾਹਿਬ ਬੁਰਹਾਨ ਦੇ ਵਿੱਚ, ਬੜੀ ਸੰਗਤ। ਜਿੱਥੇ ਸੰਗਤ ਦਾ ਜ਼ਿਆਦਾ ਇਕੱਠ ਹੋਵੇ ਉਹਨੂੰ ਬੜੀ ਸੰਗਤ ਕਹਿ ਦਿੰਦੇ, ਵੱਡਾ ਇਕੱਠ ਸੰਗਤ ਦਾ। ਔਰ ਇੱਥੇ ਨਾਮੀ ਪਾਤਸ਼ਾਹ ਜੀ ਵੀ ਗਏ ਸਨ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵੀ ਚਰਨ ਪਾਏ ਬੁਰਹਾਨ ਦੇ ਵਿੱਚ। ਔਰ ਉਸ ਨਗਰ ਦੇ ਵਿੱਚ ਗੁਰੂ ਕੇ ਸਿੰਘ ਠਹਿਰੇ ਆ। ਬਾਅਦ ਵਿੱਚ ਜਦੋਂ ਕਲਗੀਧਰ ਪਾਤਸ਼ਾਹ ਇੱਧਰੋਂ ਗਏ ਨਾ ਦੱਖਣ ਵੱਲ ਨੂੰ, ਮਹਾਰਾਜ ਸਾਹਿਬ ਵੀ ਬੁਰਹਾਨ ਦੇ ਵਿੱਚ ਉੱਥੇ ਠਹਿਰੇ ਆ ਗਰੀਬ ਨਵਾਜ਼। ਔਰ ਉਸ ਸ਼ਹਿਰ ਦੇ ਵਿੱਚ, ਉਸ ਨਗਰ ਵਿੱਚ ਜਿਹੜਾ ਬੜੀ ਸੰਗਤ ਗੁਰਦੁਆਰਾ ਸਾਹਿਬ ਹੈ, ਉੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ, ਗਰੀਬ ਨਵਾਜ਼ ਸਾਹਿਬ ਜੀ ਦੇ ਸੈਨ ਕੀਤੇ ਹੋਏ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ, ਜਿਸ ਨੂੰ ਸੁਨਹਿਰੀ ਪੀੜ ਕਿਹਾ ਜਾਂਦਾ। ਛੋਟਾ ਜਿਹਾ ਆਕਾਰ ਹੈ ਉਸ ਪਵਿੱਤਰ ਸਰੂਪ ਦਾ, ਸੁਨਹਿਰੀ ਪੀੜ ਕਿਹਾ ਜਾਂਦਾ। ਉਹਦੇ ਵਿੱਚ ਬਹੁਤਾ ਸੋਨਾ ਲੱਗਾ ਹੋਇਆ ਸਾਧ ਸੰਗਤ, ਸੁਨਹਿਰੀ ਪੀੜ ਉਸ ਨੂੰ ਕਹਿੰਦੇ ਆ। ਔਰ 2008 ਦੇ ਵਿੱਚ ਉਸ ਪਾਵਨ ਪਵਿੱਤਰ ਸਰੂਪ ਤੋਂ ਸ੍ਰੀ ਮੁਖ ਵਾਕ ਲੈਣ ਦਾ ਵੀ ਸੁਭਾਗ ਪ੍ਰਾਪਤ ਹੋਇਆ ਸੀ ਗੁਰਮੁਖਾਂ ਦੇ ਨਾਲ। ਜਿਸ ਵੇਲੇ ਸੱਚਖੰਡ ਹਜੂਰ ਸਾਹਿਬ 2008 ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ
ਤੇ ਕਲਗੀਧਰ ਪਿਤਾ ਜੀ ਦਾ ਸੱਚਖੰਡ ਬਿਆਨੀ ਦਾ ਦਿਹਾੜਾ ਮਨਾਇਆ ਗਿਆ ਸੀ। ਉਸ ਮੌਕੇ ਤੇ ਜਦੋਂ ਸੰਗਤ ਦਰਸ਼ਨ ਦੀਦਾਰ ਕਰਨ ਵਾਸਤੇ ਗਈ ਸੀ ਤੇ ਉਸ ਮੌਕੇ ਸੁਭਾਗ ਪ੍ਰਾਪਤ ਹੋਇਆ ਸੀ। ਉਹ ਪਾਵਨ ਪਵਿੱਤਰ ਬਿਰਧ ਹੈ ਸਰੂਪ ਸੁਨਹਿਰੀ ਬੀੜ ਉਸ ਨੂੰ ਕਿਹਾ ਜਾਂਦਾ ਹੈ। ਤਾਂ ਉਸ ਥਾਂ ਦੇ ਉੱਤੇ ਇਹ ਬੁਰਹਾਨ ਸ਼ਹਿਰ ਦੇ ਵਿੱਚ ਵੀ ਪੁਰਾਣਾ ਵਸਦਾ ਸ਼ਹਿਰ ਹੈ, ਉਹਦੇ ਪੁਰਾਣੇ ਪਿਛਲੇ ਸਮੇਂ ਵਿੱਚ ਸ਼ਹਿਰਾਂ ਦੇ ਆਲੇ ਦੁਆਲੇ ਕੰਧ ਕੀਤੀ ਜਾਂਦੀ ਸੀ, ਉੱਚੀ ਕੋਟ ਕੀਤਾ ਜਾਂਦਾ ਸੀ। ਉਹ ਬੁਰਹਾਨ ਸ਼ਹਿਰ ਦੇ ਆਲੇ ਦੁਆਲੇ ਵੀ ਕੰਧ ਹੈ, ਵਿੱਚੋਂ ਟੁੱਟੀ ਹੈ ਪਰ ਨਿੱਕੀਆਂ ਇੱਟਾਂ ਦੀ ਬਣੀ ਹੋਈ, ਅੱਜ ਵੀ ਉਹ ਉਸੇ ਤਰ੍ਹਾਂ ਦਿਸਦੀ ਹੈ। ਉਸ ਬੁਰਹਾਨ ਸ਼ਹਿਰ ਦੇ ਵਿੱਚ ਪਹੁੰਚੇ, ਉੱਥੋਂ ਦੀ ਸੰਗਤ ਦੇ ਦਰਸ਼ਨ ਕੀਤੇ, ਹਾਂਜੀ ਸੰਗਤ ਦੇ ਦੀਦਾਰ ਕੀਤੇ ਗੁਰੂ ਕੇ ਸਿੰਘਾਂ ਨੇ। ਫਿਰ ਉੱਥੇ ਵਸ ਕਰਕੇ ਕੁਝ ਸਮਾਂ ਫਿਰ ਅੱਗੇ ਜਾਣਾ ਕੀਤਾ। ਜਿਸ ਥਾਂ ਦੇ ਉੱਤੇ ਔਰੰਗਜ਼ੇਬ ਹੈ, ਝਗੜਾਲੂ ਝਗੜਾ ਕਰਨ ਵਾਲਾ ਨਗਰ ਅਹਿਮਦਾਬਾਦ ਔਰ ਇਸੇ ਤਰ੍ਹਾਂ ਔਰੰਗਾਬਾਦ ਗਏ ਆ ਫਿਰ ਗੁਰੂ ਕੇ ਸਿੰਘ। ਉਥੋਂ ਫਿਰ ਨਗਰ ਜੋ ਅਹਿਮਦਾਬਾਦ ਇੱਥੇ ਲਿਖਿਆ ਭਾਈ ਸਾਹਿਬ ਨੇ, ਪਰ ਅਹਿਮਦ ਨਗਰ ਹੈ। ਉਂਝ ਅਹਿਮਦਾਬਾਦ ਜਿਹੜਾ ਇਹ ਵੱਖਰਾ ਹੈ ਪੈ ਜਾਂਦਾ। ਜਦੋਂ ਆਪਾਂ ਬੜੌਦੇ ਨੂੰ ਜਾਂਦੇ ਹਾਂ ਤੇ ਉੱਥੇ ਉਹਨਾਂ 100 ਕਿਲੋਮੀਟਰ ਅਹਿਮਦਾਬਾਦ ਪੈ ਜਾਂਦਾ, ਤੇ ਅਹਿਮਦਾਬਾਦ ਤੋਂ ਅਗਲੇ ਪਾਸੇ 100 ਕਿਲੋਮੀਟਰ ਬੜੌਦਾ। ਇਹ ਅਹਿਮਦਾਬਾਦ ਹੋਰ ਹੈ ਪਰ ਅਹਿਮਦ ਨਗਰ। ਸੋ ਥੱਲੇ ਭਾਈ ਵੀਰ ਸਿੰਘ ਜੀ ਨੇ ਦਿੱਤਾ ਕਿ ਇਹ ਅਹਿਮਦ ਨਗਰ ਇਹਦਾ ਨਾਮ ਹੈ। ਔਰੰਗਾਬਾਦ ਤੋਂ ਅੱਗੇ ਇਹ ਅਹਿਮਦ ਨਗਰ ਜਿਹੜਾ ਹੈ ਉਸ ਥਾਂ ਦੇ ਉੱਤੇ ਪਹੁੰਚਣਾ ਕੀਤਾ। ਫਿਰ ਬਿਨਾਂ ਕਿਸੇ ਵਿਖਾਦ ਤੇ ਕਿਸੇ ਦੁੱਖ ਤੇ ਉੱਥੇ ਜਾ ਕਰਕੇ ਸਥਿਤ ਹੋਏ, ਟਿਕਣਾ ਕੀਤਾ ਤੇ ਫਿਰ ਵਿਸਰਾਮ ਕੀਤਾ। ਰਸਤੇ ਦਾ ਜਿਹੜਾ ਥਕੇਵਾਂ ਸੀ ਉਹ ਦੂਰ ਕੀਤਾ ਗੁਰੂ ਕੇ ਸਿੰਘਾਂ ਨੇ, ਆਨੰਦ ਪ੍ਰਾਪਤ ਕੀਤਾ। ਤਾਂ ਉੱਥੇ ਹੀ ਫਿਰ ਇਹ ਔਰੰਗਜ਼ੇਬ ਦੀ ਛਾਉਣੀ ਸੀ, ਉੱਥੇ ਆਪਣੀ ਫੌਜ ਦੇ ਸਮੇਤ ਰਹਿ ਰਿਹਾ ਸੀ। ਤੇ ਫਿਰ ਪਲੰਗੇ ਤੇ ਸਵਾਰ ਹੋ ਕਰਕੇ ਅਹਿਮਦ ਨਗਰ ਦੇ ਵਿੱਚ ਜਿੱਥੇ ਔਰੰਗਜ਼ੇਬ ਦੀ ਛਾਉਣੀ ਸੀ ਨਾ, ਉੱਥੇ ਪਿਆਰੇ ਦਇਆ ਸਿੰਘ ਜੀ ਪਹੁੰਚੇ ਉਹਦੀ ਛਾਉਣੀ ਦੇ ਕੋਲ। ਉਹਦੀ ਛਾਉਣੀ ਕੋਲੇ ਪਹੁੰਚ ਕਰਕੇ ਫਿਰ ਉੱਥੇ ਪੁੱਛਿਆ ਕਿ ਇੱਥੇ ਅਹਿਮਦ ਨਗਰ ਦੇ ਵਿੱਚ ਕੋਈ ਗੁਰੂ ਕਾ ਸਿੰਘ ਵੀ ਹੈ, ਕੋਈ ਸਿੱਖਾਂ ਦਾ ਇੱਥੇ ਘਰ ਹੈ ਇਸ ਸ਼ਹਿਰ ਦੇ ਵਿੱਚ, ਇਸ ਨਗਰ ਦੇ ਵਿੱਚ? ਤਾਂ ਫਿਰ ਦੱਸਣ ਵਾਲਿਆਂ ਨੇ ਦੱਸਿਆ ਕਿ ਇਸ ਥਾਂ ਦੇ ਉੱਤੇ ਜੇਠਾ ਸਿੰਘ ਨਾਮ ਦਾ ਇੱਕ ਸਿੰਘ ਰਹਿੰਦਾ, ਮਹਾਨ ਹੀ ਬੁੱਧੀਮਾਨ ਹੈ, ਤੇ ਉਹ ਇਸ ਥਾਂ ਦੇ ਉੱਤੇ ਰਹਿੰਦਾ ਹੈ। ਫਿਰ ਉਹਨਾਂ ਨੂੰ ਬੁਲਾ ਕੇ ਲਿਆਂਦਾ, ਫਿਰ ਉਹਨਾਂ ਦੇ ਘਰ ਵਿੱਚ ਨਿਵਾਸ ਕੀਤਾ। ਫਿਰ ਉੱਥੋਂ ਦੀ ਸੰਗਤ ਜਿਹੜੀ ਗੁਰੂ ਘਰ ਨਾਲ ਪ੍ਰੇਮ ਰੱਖਣ ਵਾਲੀ ਸੀ ਉਹਨਾਂ ਨੂੰ ਇਕੱਤਰ ਕੀਤਾ। ਫਿਰ ਦੱਸਿਆ ਕਿ ਆਹ ਜ਼ਫਰਨਾਮਾ ਕਲਗੀਧਰ ਪਿਤਾ ਜੀ ਨੇ ਲਿਖ ਕੇ ਭੇਜਿਆ ਵਾ ਤੇ ਇਹ ਔਰੰਗਜ਼ੇਬ ਦੇ ਕੋਲੇ ਪਹੁੰਚਾਉਣਾ, ਉਹਨੂੰ ਜਾ ਕੇ ਦੇਣਾ। ਉਹਨਾਂ ਆਖਿਆ ਵੀ ਉੱਥੇ ਤਾਂ ਬੜੇ ਪਹਿਰੇ ਲੱਗੇ ਹੋਏ, ਔਰੰਗਜ਼ੇਬ ਦੇ ਕੋਲੇ ਤਾਂ ਬੜਾ ਮੁਸ਼ਕਲ ਜਾਣਾ। ਉਹ ਫਿਰ ਕਿਹੜੇ ਤਰੀਕੇ ਨਾਲ ਜਾਂਦੇ ਆ, ਉਹ ਅਗਲੇ ਪ੍ਰਸੰਗਾਂ ਦੇ ਵਿੱਚ ਸਾਧ ਸੰਗਤ ਜੀ ਆਵੇਗਾ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ ਕਲ ਜੁਗ ਅੰਦਰ ਜੋਤ ਜਗਾਈ, ਕਲ ਜੁਗ ਅੰਦਰ ਜੋਤ ਜਗਾਈ। ਵੱਡਾ ਪੁਰਖ ਪ੍ਰਗਟਿਆ ਕਲ ਜੁਗ ਅੰਦਰ ਜੋਤ ਜਗਾਈ, ਕਲ ਜੁਗ ਅੰਦਰ ਜੋਤ ਜਗਾਈ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਭੇ ਦੀਨ ਦਰਦ ਨਿਵਾਰ। ਹੇ ਸਮਰਾ
समर्थ अगम पूर्ण मोहि मैया तार अंधकूप महाभयान नानक पारे उतार आए प्रभु शरणागति कृपा नित दयाल एक अक्षर हर मन बसत नानक होत निहाल कथा निता प्राप्त होत है सुनबो सिंह सुजान नानक गुरु गोविंद सिंह जी सदा करे कल्याण नानक गुरु गोविंद सिंह जी सदा करे कल्याण वाहिगुरु जी का खालसा वाहिगुरु जी की फतेह।